ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸਚ ਮਹਿ ਰਹੋ ਰਜ਼ਾਈ। ਧੰਨ ਵਾਹਿਗੁਰੂ ਸਾਹਿਬ ਜੀ, ਜਤ ਪਾਹਾਰਾ ਧੀਰਜ ਸੁਨਿਆਰ। ਅਹਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪ ਤਾਓ। ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸਚੀ ਟਕਸਾਲ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਬੜੇ ਹੀ ਪਿਆਰ, ਸਤਿਕਾਰ, ਇਕਾਗਰਤਾ ਸਹਿਤ ਸਾਂਝ ਬਣਾਉਣ ਦਾ ਉਦਮ ਕਰ ਰਹੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼, ਕਿਰਪਾ, ਰਹਿਮਤ ਕਰਦਿਆਂ ਹੋਇਆਂ ਆਪਾਂ ਸਾਰਿਆਂ ਨੂੰ ਹੀ ਸਤ ਸੰਗ ਦੀਆਂ ਇਹ ਸੁਭਾਗ ਘੜੀਆਂ ਬਖਸ਼ਿਸ਼ ਕੀਤੀਆਂ ਨੇ, ਜਿਸ ਸਦਕਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ, ਵਿਆਖਿਆ, ਪਾਠ ਆਪਾਂ ਰਲ ਮਿਲ ਕੇ ਆਪਸ ਵਿੱਚ ਸਾਂਝਿਆਂ ਕਰਨ ਦਾ ਯਤਨ ਕਰਦੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਸ ਪਾਵਨ ਬਾਣੀ ਦੀਆਂ ਕੁੱਲ 38 ਪੌੜੀਆਂ ਹਨ, ਜਿਸ ਵਿੱਚੋਂ ਆਪ ਜੀ ਨੇ ਪਹਿਲੀਆਂ 37 ਪੌੜੀਆਂ ਦਾ ਪਾਠ, ਵਿਚਾਰ, ਵਿਆਖਿਆ ਬੜੀ ਇਕਾਗਰਤਾ ਸਹਿਤ ਸ਼ਰਵਣ ਕਰਨ ਦਾ ਯਤਨ ਕੀਤਾ ਹੈ। ਇਸ ਪਾਵਨ ਬਾਣੀ ਦੀ 38 ਨੰਬਰ ਪੌੜੀ ਦਾ ਪਾਠ ਦਾਸ ਨੇ ਹੁਣੇ ਹੀ ਪੜ੍ਹਦਿਆਂ ਹੋਇਆਂ ਆਪ ਸਾਰਿਆਂ ਦੇ ਨਾਲ ਸਾਂਝਾ ਕੀਤਾ ਹੈ। ਸੰਖੇਪ ਵਿੱਚ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੀਆਂ ਪੌੜੀਆਂ ਵਿੱਚ ਸਾਨੂੰ ਵਿਚਾਰ ਦ੍ਰਿੜ ਕਰਵਾਈ ਹੈ, ਉਸ ਬਾਬਤ ਥੋੜ੍ਹਾ ਕੁ ਜਾਣਨ ਦਾ ਯਤਨ ਕਰ ਲਈਏ, ਤਾਂ ਕਿ ਇਹ ਗੱਲ ਸੌਖੇ ਢੰਗ ਨਾਲ ਸਮਝ ਵਿੱਚ ਆ ਜਾਏ ਕਿ ਸਤਿਗੁਰੂ ਜੀ ਇਸ 38 ਨੰਬਰ ਪੌੜੀ ਦੇ ਅੰਦਰ, ਜੋ ਕਿ ਇਸ ਬਾਣੀ ਦੀ ਸਮਾਪਤੀ ਦੀ ਅਖੀਰਲੀ ਪੌੜੀ ਹੈ, ਇਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਪਿਛਲੇਰੇ ਵਿਚਾਰਾਂ ਦੇ ਮੁਤਾਬਕ ਕੀ ਉਪਦੇਸ਼ ਦੇ ਰਹੇ ਹਨ। ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਜੋ ਮੁੱਢਲਾ ਵਿਚਾਰ, ਜਿਸ ਨੂੰ ਬੇਸ ਆਖਿਆ ਜਾਂਦਾ ਹੈ, ਜਿਸ ਨੂੰ ਕੇਂਦਰੀ ਵਿਚਾਰ ਜਾਂ ਧੁਰਾ ਕਿਹਾ ਜਾ ਸਕਦਾ ਹੈ, ਕਿਮ ਸਚਿਆਰਾ ਹੋਈਐ ਕਿਮ ਕੂੜੈ ਟੁੱਟੈ ਪਾਲ, ਇਹ ਸਤਿਗੁਰੂ ਜੀ ਨੇ ਪ੍ਰਸ਼ਨ ਦੇ ਰੂਪ ਵਿੱਚ, ਸਵਾਲ ਦੇ ਰੂਪ ਵਿੱਚ ਸਾਡੇ ਸਾਹਮਣੇ ਰੱਖਿਆ ਵੀ ਮਨੁੱਖ ਦੇ ਜੀਵਨ ਦਾ ਮਨੋਰਥ ਤੇ ਮਕਸਦ ਇਸ ਯੋਗ, ਇਸ ਲਾਇਕ ਬਣਨਾ ਹੈ ਤਾਂ ਕਿ ਮਨੁੱਖ ਦੇ ਜੀਵਨ ਅੰਦਰ ਉਸ ਪੂਰਨ ਸੱਚ ਦਾ ਚਾਨਣ ਪ੍ਰਕਾਸ਼ ਹੋ ਸਕੇ। ਸਾਡੇ ਜੀਵਨ ਅੰਦਰੋਂ ਕੂੜ ਦੀ ਪਾਲ, ਕੂੜ ਦੀ ਕੰਧ, ਕੂੜ ਦਾ ਪਰਦਾ ਕਿਵੇਂ ਦੂਰ ਹੋ ਸਕਦਾ ਹੈ, ਕਿਉਂਕਿ ਕੂੜ ਤੋਂ ਖਲਾਸੀ ਪਾਏ ਬਿਨਾਂ ਮਨੁੱਖ ਸੱਚ ਰੂਪ ਨਹੀਂ ਹੋ ਸਕਦਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੋ ਉੱਤਰ ਦਿੱਤਾ ਕਿ ਸਚਿਆਰ ਹੋਣ ਵਾਸਤੇ ਔਰ ਕੂੜ ਦੀ ਪਾਲ ਅੰਦਰੋਂ ਤੋੜਨ ਵਾਸਤੇ ਸਭ ਤੋਂ ਉੱਤਮ ਰਾਹ ਕੀ ਹੈ, ਸਤਿਗੁਰੂ ਜੀ ਨੇ ਅਗਲੇਰੀ ਪੰਕਤੀ ਦੇ ਅੰਦਰ ਜਵਾਬ ਦੇ ਰੂਪ ਵਿੱਚ, ਉੱਤਰ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਪੰਕਤੀ ਉਚਾਰਨ ਕੀਤੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਬਾਕੀ ਸਾਰੀ ਬਾਣੀ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਰ ਪੌੜੀ ਦੇ ਅੰਦਰ ਔਰ ਕੁਝ ਪੌੜੀਆਂ ਦੇ ਇਕੱਠ ਦੇ ਵਿੱਚ ਲੜੀਵਾਰ ਵਿਚਾਰ ਕਰਦਿਆਂ ਹੋਇਆਂ, ਉਪਦੇਸ਼ ਦਿੰਦਿਆਂ ਹੋਇਆਂ ਸਾਨੂੰ ਉਹ ਜੁਗਤ ਸਮਝਾਈ ਹੈ, ਜਿਸ ਜੁਗਤ ਨੂੰ ਅਪਣਾ ਕੇ ਅਸੀਂ ਉਸ ਹੁਕਮ ਦੇ, ਉਸ ਰਜ਼ਾ ਦੇ ਮੁਤਾਬਕ ਚੱਲਣਾ, ਉਸ ਰਜ਼ਾ ਤੇ ਉਸ ਹੁਕਮ ਦੇ ਮੁਤਾਬਕ ਆਪਣਾ ਜੀਵਨ ਬਣਾ ਕੇ ਅਕਾਲ ਪੁਰਖ ਵਾਹਿਗੁਰੂ ਦੀ ਪਰਮ ਸੱਤਾ ਦੇ ਨਾਲ ਜੁੜਦਿਆਂ ਹੋਇਆਂ ਅਸੀਂ ਆਪਣੇ ਅੰਦਰੋਂ ਕੂੜ ਦੀ ਪਾਲ ਨੂੰ ਤੋੜ ਕੇ, ਕੂੜ ਦੇ ਪਰਦੇ ਹਟਾ ਕੇ ਉਸ ਸੱਚ ਦਾ ਰੂਪ ਹੋ ਜਾਣਾ ਹੈ।
ਐਸੀ ਜੁਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਪੌੜੀ ਦੇ ਅੰਦਰ ਸਾਨੂੰ ਲੜੀਵਾਰ ਦ੍ਰਿੜ ਕਰਵਾਉਂਦੇ ਆਏ ਹਨ। ਜਿਉਂ-ਜਿਉਂ ਅਸੀਂ ਸਮਝ ਕੇ ਵਿਚਾਰ ਕੇ ਜਪ ਬਾਣੀ ਦਾ ਪਾਠ ਆਰੰਭ ਤੋਂ ਲੈ ਕੇ ਪੜ੍ਹਦੇ ਹਾਂ ਤਾਂ ਅਸੀਂ ਮਹਿਸੂਸ ਕਰਾਂਗੇ, ਜੇਕਰ ਸਤਿਗੁਰੂ ਜੀ ਦੀ ਇਸ ਪਾਵਨ ਬਾਣੀ ਦਾ ਭਾਵ ਸਾਡੀ ਸਮਝ ਵਿੱਚ ਆਉਂਦਾ ਹੋਵੇ, ਸਾਡੇ ਸਨਮੁਖ ਹੋਵੇ ਵੀ ਸਤਿਗੁਰੂ ਸਾਨੂੰ ਆਹ ਜੁਗਤ ਦੱਸ ਰਹੇ ਨੇ। ਗੱਲ ਇੱਥੋਂ ਆਰੰਭ ਕੀਤੀ ਏ, ਜੁਗਤ ਦੱਸਦਿਆਂ ਸਤਿਗੁਰੂ ਅੱਗੇ ਜਾ ਰਹੇ ਨੇ, ਤਾਂ ਗੁਰੂ ਪਿਆਰ ਵਾਲਿਓ ਅਸੀਂ ਸਾਰੇ ਮਹਿਸੂਸ ਕਰਾਂਗੇ ਵੀ ਜਿਵੇਂ ਜਪ ਬਾਣੀ ਦੀ ਹਰ ਇੱਕ ਪੌੜੀ ਨਿਰੰਤਰ ਸਾਡਾ ਹੱਥ ਫੜ ਕੇ ਸਾਨੂੰ ਕਿਸੇ ਰਾਹ ਦੇ ਉੱਤੇ ਤੁਰਨ ਦੀ ਪ੍ਰੇਰਨਾ ਕਰ ਰਹੀ ਹੈ। ਚਲਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੀਆਂ ਆਪ ਜੀ ਨੇ 37 ਪੌੜੀਆਂ ਦਾ ਪਾਠ ਵਿਚਾਰ ਸ਼ਰਵਣ ਕੀਤੀ ਏ, 37 ਪੌੜੀ ਤੱਕ ਸਤਿਗੁਰੂ ਸਾਨੂੰ ਕੁਝ ਗੁਣ ਗ੍ਰਹਿਣ ਕਰਨ ਵਾਸਤੇ ਆਖਿਆ, ਕੁਝ ਔਗਣ ਤਿਆਗਣ ਵਾਸਤੇ ਆਖਿਆ, ਕੁਝ ਜਜ਼ਬਿਆਂ ਦੀ ਗੱਲ ਕੀਤੀ, ਕੁਝ ਭਾਵਨਾਵਾਂ ਦੀ ਗੱਲ ਕੀਤੀ, ਕੁਝ ਸਾਡੇ ਅੰਦਰ ਜੋ ਕੁਝ ਸਾਨੂੰ ਮਹਿਸੂਸ ਹੋਣਾ ਚਾਹੀਦਾ ਹੈ ਉਸ ਬਾਬਤ ਸਤਿਗੁਰਾਂ ਨੇ ਚਾਨਣਾ ਪਾਇਆ। ਸਾਡਾ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਾਤਾ ਹੈ, ਉਸ ਦੀ ਕੁਦਰਤ ਨਾਲ ਜੋ ਸੰਬੰਧ ਹੈ, ਕੁਦਰਤ ਵਿੱਚ ਰਮੇ ਹੋਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੱਤਾ ਤੇ ਹੁਕਮ ਨੂੰ ਅਸੀਂ ਕਿਸ ਤਰ੍ਹਾਂ ਅਨੁਭਵ ਤੇ ਮਹਿਸੂਸ ਕਰਨਾ ਹੈ, ਇਸ ਬਾਬਤ ਸਤਿਗੁਰੂ ਜੀ ਨੇ ਸਾਨੂੰ ਆਪਣੇ ਉਪਦੇਸ਼ ਰਾਹੀਂ ਬਹੁਤ ਕੀਮਤੀ ਗੱਲਾਂ ਦ੍ਰਿੜ ਕਰਵਾਈਆਂ ਨੇ। ਚਲਦਿਆਂ ਅਸੀਂ 38 ਨੰਬਰ ਪੌੜੀ ਦਾ ਪਾਠ ਸਾਂਝਿਆਂ ਕਰਨ ਦਾ ਯਤਨ ਕੀਤਾ ਹੈ। ਇਸ ਤੋਂ ਪਹਿਲਾਂ 5 ਖੰਡਾਂ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ, ਜਿਸ ਵਿੱਚ ਸਤਿਗੁਰੂ ਜੀ ਨੇ ਸਾਡੇ ਨਾਲ ਧਰਮ ਦੀ ਗੱਲ, ਗਿਆਨ ਦੇ ਪੜਾਅ ਦੀ ਗੱਲ ਔਰ ਸਤਿਗੁਰੂ ਜੀ ਨੇ ਸ਼ਰਮ ਦੀ ਗੱਲ, ਮਿਹਨਤ ਮਸ਼ੱਕਤ ਘਾਲਣਾ ਦੀ ਜ਼ਿੰਦਗੀ ਅਵਸਥਾ ਦੀ ਗੱਲ, ਬਖਸ਼ਿਸ਼ ਦੀ ਗੱਲ ਔਰ ਫਿਰ ਸੱਚ ਵਿੱਚ ਇੱਕ ਰੂਪ ਹੋ ਜਾਣ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਕਿਉਂਕਿ ਸਤਿਗੁਰਾਂ ਨੇ ਆਰੰਭ ਕੀਤਾ ਹੈ ਸਚਿਆਰ ਹੋਣ ਦਾ, ਇਹ ਵਿਚਾਰ ਸਾਡੇ ਸਨਮੁਖ ਰੱਖਦਿਆਂ ਸਤਿਗੁਰੂ ਅਗਲੇਰੀ ਜੁਗਤ ਸਾਂਝੀ ਕਰ ਰਹੇ ਸਨ। ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ 38 ਨੰਬਰ ਪੌੜੀ ਦੇ ਅੰਦਰ ਸੰਖੇਪ ਵਿੱਚ ਉਹਨਾਂ ਸਾਰੇ ਹੀ ਗੁਣਾਂ ਦਾ ਜ਼ਿਕਰ ਕਰਦੇ ਹਨ, ਜਿਹੜੇ ਗੁਣਾਂ ਨੂੰ ਅਸੀਂ ਆਪਣੇ ਜੀਵਨ ਅੰਦਰ ਲਿਆ ਕੇ ਆਪਣੇ ਜੀਵਨ ਦੀ ਘਾੜਤ ਘੜਨੀ ਹੈ ਤੇ ਸਾਡਾ ਇਹਨਾਂ ਗੁਣਾਂ ਦੇ ਮੁਤਾਬਕ ਘੜਿਆ ਬਣਿਆ ਤੇ ਸਵਰਿਆ ਹੋਇਆ ਜੀਵਨ ਜਿਹੜਾ ਹੈ ਉਹੀ ਸਚਿਆਰਾ ਕਿਹਾ ਜਾਏਗਾ, ਮੰਨਿਆ ਜਾਏਗਾ। ਇਉਂ ਕਹਿ ਲਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਜਿਸ ਵੇਲੇ ਪੜ੍ਹਦੇ ਹੋ, ਕਿਤੇ ਮਹਾਰਾਜ ਨੇ ਕਿਸਾਨ ਦੇ ਪ੍ਰਤੀਕ ਵਰਤੇ ਨੇ ਵੀ ਜਿਵੇਂ ਕਿਸਾਨ ਖੇਤੀ ਕਰਦਾ ਹੈ, ਖੇਤੀ ਕਰਨ ਵਾਸਤੇ ਉਹ ਜਿਹੜੀਆਂ ਚੀਜ਼ਾਂ ਦੀ ਸਹਾਇਤਾ ਲੈਂਦਾ ਹੈ, ਜਿਹੜੇ ਉਹਦੇ ਕੋਲ ਸੰਦ ਹੁੰਦੇ ਨੇ, ਮੌਕੇ ਦੀਆਂ ਵਸਤੂਆਂ ਹੁੰਦੀਆਂ ਨੇ, ਸੋਰਸ ਹੁੰਦੇ ਨੇ, ਸਾਧਨ ਹੁੰਦੇ ਨੇ, ਉਹਨਾਂ ਦਾ ਸਤਿਗੁਰੂ ਪ੍ਰਤੀਕ ਵਰਤ ਕੇ ਕਿਧਰੇ ਸਾਨੂੰ ਆਪਣੇ ਜੀਵਨ ਦੀ ਘਾੜਤ ਘੜਨ ਵਾਸਤੇ ਉਪਦੇਸ਼ ਦੇ ਰਹੇ ਨੇ। ਕਿਤੇ ਸਤਿਗੁਰੂ ਇੱਕ ਵਪਾਰੀ ਦੀ ਉਦਾਹਰਣ ਲੈਣਗੇ, ਕਿਤੇ ਸਤਿਗੁਰੂ ਇੱਕ ਚਾਕਰ ਦੀ, ਨੌਕਰ ਦੀ ਉਦਾਹਰਣ ਲੈਣਗੇ। ਇਸ ਤਰ੍ਹਾਂ ਦੀਆਂ ਵੱਖ-ਵੱਖ ਉਦਾਹਰਣਾਂ ਵਰਤ ਕੇ ਸਤਿਗੁਰੂ ਇਸ਼ਾਰਾ ਸਾਡੇ ਆਪਣੇ ਜੀਵਨ ਕਿਰਦਾਰ ਨੂੰ ਘੜਨ ਵਾਲੇ ਪਾਸੇ ਵੱਲ ਕਰਦੇ ਹਨ। ਜਿਵੇਂ ਆਪ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਬਚਨ ਪੜੋਗੇ, ਬੜਾ ਪ੍ਰਚਲਿਤ ਹੈ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ, ਸੋ ਕਰ ਭਾਗਠ ਦੇਖ। ਹੁਣ ਸਤਿਗੁਰੂ ਪਾਤਸ਼ਾਹ ਜੀ ਦੀਆਂ ਪਾਵਨ ਪੰਕਤੀਆਂ ਪੜ੍ਹਦਿਆਂ ਆਪ ਮਹਿਸੂਸ ਕਰੋਗੇ ਉਹ ਸਾਰੇ ਸਾਧਨ, ਉਹ ਸਾਰੀਆਂ ਗੱਲਾਂ, ਉਹ ਸਾਰੇ ਹੀ ਔਜ਼ਾਰ ਤੇ ਉਹ ਸਾਰੇ ਹੀ ਤਰੀਕੇ ਸਲੀਕੇ ਜਿਸ ਢੰਗ ਦੇ ਨਾਲ ਫਸਲ ਪੈਦਾ ਕੀਤੀ ਜਾਂਦੀ ਹੈ ਔਰ ਫਸਲ ਨੂੰ ਪੈਦਾ ਕਰਨ ਵਾਸਤੇ ਜੋ ਕੁਝ ਚਾਹੀਦਾ, ਸਤਿਗੁਰੂ ਨੇ ਹਾਲੀ ਦੀ ਗੱਲ ਵੀ ਕੀਤੀ ਹੈ, ਕਿਰਸਾਨੀ ਕਰਨ ਦਾ ਜ਼ਿਕਰ ਵੀ ਕੀਤਾ ਹੈ। ਹਾਲੀ ਕੌਣ ਹੋਵੇ, ਕਿਰਸਾਨੀ ਕਰੇ ਕੌਣ, ਇਸ ਹਲ ਨੂੰ ਚਲਾਏ ਕੌਣ, ਸੁਹਾਗਾ ਕਿਹੜਾ ਹੋਵੇ, ਬੀਜ ਕਿਹੜਾ ਹੋਵੇ, ਪਾਣੀ ਕਿਹੜਾ ਹੋਵੇ, ਖੇਤ ਕਿਹੜਾ ਹੋਵੇ, ਇਹ ਫਸਲ ਪੈਦਾ ਕਿਵੇਂ ਹੋਏ। ਭਾਵੇਂ ਪ੍ਰਤੀਕ ਸਤਿਗੁਰਾਂ ਨੇ ਉਹ ਵਰਤੇ ਨੇ ਜੋ ਇੱਕ ਕਿਸਾਨ ਜੋ ਸਾਧਨ ਵਰਤਦਾ ਹੈ, ਜੋ ਚੀਜ਼ਾਂ ਵਰਤਦਾ ਹੈ ਇੱਕ ਫਸਲ ਪੈਦਾ ਕਰਨ ਵਾਸਤੇ ਜ਼ਮੀਨ ਦੇ ਵਿੱਚੋਂ, ਪਰ ਸਤਿਗੁਰੂ ਜੀ ਨੇ ਇਸ਼ਾਰਾ ਤੇ ਸਾਡੇ ਕਿਰਦਾਰ ਵੱਲ ਕੀਤਾ ਵੀ ਇਸੇ ਤਰ੍ਹਾਂ ਸਾਡੇ ਜੀਵਨ ਦੇ ਅੰਦਰ, ਸਾਡੇ ਇਸ ਮਨੁੱਖਾ ਜੀਵਨ ਦਾ ਜੋ ਅਕਾਲ ਪੁਰਖ ਨੇ ਬਣਤਰ ਬਣਾਈ ਹੈ, ਇਸ ਵਿੱਚ ਅਸੀਂ ਉੱਤਮ ਕਿਰਦਾਰ ਪੈਦਾ ਕਿਵੇਂ ਕਰ ਸਕਦੇ ਹਾਂ, ਉੱਤਮ ਰਹਿਣੀ ਵਾਲਾ ਜੀਵਨ ਅਸੀਂ ਆਪਣਾ ਕਿਵੇਂ ਬਣਾ ਸਕਦੇ ਹਾਂ, ਸ਼ੁਭ ਗੁਣ ਆਪਣੇ ਜੀਵਨ 'ਚ ਕਿਵੇਂ ਪੈਦਾ ਕਰ ਸਕਦੇ ਹਾਂ। ਸਤਿਗੁਰੂ ਨੇ ਇਸ਼ਾਰਾ ਇਸ ਪਾਸੇ ਵੱਲ ਕਰ ਦਿੱਤਾ ਹੈ। ਤੋ ਹਜ਼ੂਰ ਦਾ ਇੱਕ ਢੰਗ ਹੈ, ਇੱਕ ਤਰੀਕਾ ਹੈ, ਜਿੱਥੇ ਜਾ ਕੇ ਸਤਿਗੁਰੂ ਮਹਾਰਾਜ ਸਾਨੂੰ ਸਾਡੇ ਜੀਵਨ ਵਿਹਾਰ ਦੇ ਪ੍ਰਤੀ, ਕਰਨੀ ਦੇ ਪ੍ਰਤੀ, ਕਿਰਦਾਰ ਦੇ ਪ੍ਰਤੀ ਸੁਚੇਤ ਕਰਦੇ ਨੇ। ਇਸੇ ਤਰ੍ਹਾਂ ਹੀ ਜਿਸ ਵੇਲੇ ਆਪ ਜੀ ਨੇ 38 ਨੰਬਰ ਪਾਵਨ ਪੌੜੀ ਦਾ ਪਾਠ ਸ਼ਰਵਣ ਕੀਤਾ ਹੈ, ਇਸ ਪਾਵਨ ਪੌੜੀ ਨੂੰ ਪੜ੍ਹਦਿਆਂ ਤੇ ਸੁਣਦਿਆਂ ਮਹਿਸੂਸ ਕਰੋਗੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਵਿੱਚ ਵੀ ਉਦਾਹਰਣ ਜਿਹੜੀ ਹੈ ਉਹ ਇੱਕ ਦੁਕਾਨ ਦੀ ਵਰਤੀ ਹੈ। ਪਹਾਰਾ ਕਹਿੰਦੇ ਨੇ ਦੁਕਾਨ ਨੂੰ, ਉਹ ਦੁਕਾਨ ਜੋ ਇੱਕ ਸੁਨਿਆਰੇ ਦੀ ਹੈ। ਸੁਨਿਆਰ ਦਾ ਅਰਥ ਹੁੰਦਾ ਸੋਨੇ ਦਾ ਕਿੱਤਾ ਕਰਨ ਵਾਲਾ ਮਨੁੱਖ। ਜੋ ਚੀਜ਼ਾਂ ਉਹਨਾਂ ਦੁਕਾਨਾਂ ਦੇ ਵਿੱਚ ਉਹਨਾਂ ਕਾਰੀਗਰਾਂ ਦੇ ਕੋਲ ਮੌਜੂਦ ਹੁੰਦੀਆਂ ਨੇ, ਹੁਨਰਮੰਦ ਮਨੁੱਖਾਂ ਦੇ ਕੋਲ ਮੌਜੂਦ ਹੁੰਦੀਆਂ ਨੇ, ਸਤਿਗੁਰੂ ਉਹਨਾਂ ਦਾ ਜ਼ਿਕਰ ਕਰਕੇ, ਉਹਨਾਂ ਦਾ ਨਾਮ, ਸੰਕੇਤ, ਪ੍ਰਤੀਕ ਵਰਤ ਕੇ ਸਾਡੇ ਸਾਹਮਣੇ ਵਿਚਾਰ ਰੱਖੀਏ ਵੀ ਇਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਘੜ ਲੈਣਾ ਹੈ। ਮੰਨੋ, ਮੈਂ ਕਈ ਵਾਰ ਸੋਚਦਾ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਉਦਾਹਰਣਾਂ ਵੀ ਕਿਰਤੀ ਮਨੁੱਖਾਂ ਦੇ ਕਿਰਤੀ ਸਾਧਨਾਂ ਦੀਆਂ ਦਿੰਦੇ ਨੇ। ਕੈਸੀ ਅਜੀਬ ਗੱਲ ਹੈ, ਜੇ ਕਿਸਾਨ ਦੀ ਉਦਾਹਰਣ ਵਰਤੀਏ ਤੇ ਉੱਥੇ ਵੀ ਕਿਰਤ ਦੀ ਉਦਾਹਰਣ ਹੈ, ਜੇ ਇੱਕ ਚਾਕਰ ਦੀ ਉਦਾਹਰਣ ਵਰਤੀ ਨੌਕਰੀ ਕਰਨ ਵਾਲੇ ਨੌਕਰ ਦੀ ਤਾਂ ਉੱਥੇ ਵੀ ਕਿਰਤ ਦੀ ਉਦਾਹਰਣ ਹੈ।
ਜੇ ਸਤਿਗੁਰੂ ਨੇ ਇੱਕ ਵਪਾਰੀ ਦਾ ਸੰਕੇਤ ਵਰਤਿਆ ਵੀ ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ। ਤੋ ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਤ ਦੀ ਉਦਾਹਰਣ ਵਰਤ ਰਹੇ ਨੇ। ਤੁਸੀਂ ਕਦੇ ਭਗਤ ਸਾਹਿਬਾਨ ਜੀ ਦੇ ਪਾਵਨ ਸ਼ਬਦਾਂ ਨੂੰ ਗੌਰ ਦੇ ਨਾਲ ਪੜ੍ਹੋ, ਉਸ ਵਿੱਚ ਵੀ ਉਹਨਾਂ ਨੇ ਜੋ ਉਦਾਹਰਣਾਂ ਵਰਤੀਆਂ ਨੇ ਉਹ ਕਿਰਤ ਨਾਲ ਸੰਬੰਧਿਤ ਵਰਤੀਆਂ ਨੇ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਆਪਣੀ ਬਾਣੀ 'ਚ ਉਦਾਹਰਣ ਵਰਤਣਗੇ, ਚਮਰਟਾ ਗਾਂਠ ਨਾ ਜਨਈ ਲੋਗ ਗਠਾਵੇਂ ਪਨਹੀ, ਆਰ ਨਹੀਂ ਜੇ ਤੋਪਾਂ ਨਹੀਂ ਰਾਮਬੀ ਠਾਉ ਰੋਪਾਂ, ਲੋਗ ਗੰਠ ਗੰਠ ਖਰਾ ਬਿਗੂਚਾ ਹਉ ਬਿਨ ਗਾਂਠੇ ਜਾਏ ਪਹੁੰਚਾ, ਰਵਿਦਾਸ ਜਪੈ ਰਾਮ ਨਾਮਾ ਮੋਹਿ ਜਮ ਸੋ ਨਾਹੀ ਕਾਮਾ। ਕਬੀਰ ਜੀ ਜੋ ਉਦਾਹਰਣ ਵਰਤਣਗੇ, ਬੁਨਣਾ ਤਨਣਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਹੈ ਸਰੀਰ। ਐਸੀਆਂ ਉਦਾਹਰਣਾਂ ਨੇ ਜੋ ਉਹਨਾਂ ਦੇ ਆਪਣੇ ਕਿਰਤ ਦੇ ਨਾਲ, ਰੁਜ਼ਗਾਰ ਦੇ ਨਾਲ ਔਰ ਜੋ ਕਿਰਤ ਕਰਨ ਦੇ ਸਾਧਨ ਨੇ ਉਹਨਾਂ ਦੇ ਨਾਲ ਸੰਬੰਧ ਰੱਖਦੀਆਂ ਨੇ। ਭਗਤ ਧੰਨਾ ਜੀ ਦਾ ਸ਼ਬਦ ਪੜੋ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ, ਤਿਨਕੇ ਕਾਜ ਸਵਾਰਤਾ ਰਹਾਓ ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆ ਸਾਧਨ ਨੀਕਾ ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਤੋ ਐਸੀਆਂ ਉਦਾਹਰਣਾਂ ਬਾਕੀ ਭਗਤ ਸਾਹਿਬਾਨਾਂ ਨੇ ਵੀ ਵਰਤੀਆਂ ਨੇ, ਗੁਰੂ ਸਾਹਿਬਾਨ ਨੇ ਵੀ ਵਰਤੀਆਂ ਨੇ। ਤੋ ਮੇਰਾ ਕਹਿਣ ਦਾ ਕੇਵਲ ਇੰਨਾ ਕੁ ਭਾਵ ਹੈ ਕਿ ਸਤਿਗੁਰੂ ਨੇ ਕਿਰਤੀ ਜੀਵਨ ਦੀਆਂ ਉਦਾਹਰਣਾਂ ਵਰਤ ਕੇ ਗੱਲ ਜਿਹੜੀ ਉਹ ਕਿਰਦਾਰ ਨੂੰ ਸਵਾਰਨ ਦੀ ਕੀਤੀ ਹੈ। ਕਿਉਂਕਿ ਸਾਰੇ ਦੇ ਸਾਰੇ ਮਹਾਨ ਪੁਰਖ ਜਿਨ੍ਹਾਂ ਦੀ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਰੂਪ ਵਿੱਚ ਅਸੀਂ ਸਾਰੇ ਪੜ੍ਹਦੇ ਔਰ ਸਤਿਕਾਰਦੇ ਹਾਂ, ਸਾਰੇ ਮਹਾਨ ਪੁਰਖ ਕਿਰਤੀ ਨੇ, ਕਿਰਤ ਨਾਲ ਜੁੜੇ ਹੋਏ ਨੇ, ਗ੍ਰਸਤੀ ਨੇ, ਗ੍ਰਸਤ ਨਾਲ ਜੁੜੇ ਹੋਏ ਨੇ, ਸਮਾਜ ਦੀ ਰਹਿਣੀ ਬਹਿਣੀ ਵਾਲੇ ਨੇ, ਸਮਾਜ ਨਾਲ ਜੁੜੇ ਹੋਏ ਨੇ। ਇਸ ਕਰਕੇ ਉਦਾਹਰਣਾਂ ਵੀ ਉਹੀ ਹੋਣਗੀਆਂ ਜੋ ਉਹਨਾਂ ਦੇ ਆਲੇ ਦੁਆਲੇ ਨੇ, ਜੋ ਉਹਨਾਂ ਦੇ ਆਪਣੇ ਜੀਵਨ ਨਾਲ ਸੰਬੰਧਿਤ ਨੇ। ਗੁਰੂਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਤੀਕ ਉਦਾਹਰਣ ਚਾਹੇ ਕੈਸੀ ਵੀ ਵਰਤੀ ਹੋਏ, ਜ਼ੋਰ ਇਸ ਗੱਲ ਉੱਤੇ ਦਿੱਤਾ ਹੈ ਮਨੁੱਖ ਦਾ ਜੀਵਨ ਘੜਿਆ ਸਵਾਰਿਆ ਕਿਵੇਂ ਜਾ ਸਕਦਾ ਹੈ, ਮਨੁੱਖ ਦਾ ਕਿਰਦਾਰ, ਮਨੁੱਖ ਦੀ ਜੀਵਨ ਰਹਿਣੀ ਉੱਚੀ ਕਿਵੇਂ ਹੋ ਸਕਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੁੱਖ ਜਿਹੜਾ ਨਿਸ਼ਾਨਾ ਹੈ, ਮਨੋਰਥ ਹੈ, ਉਹ ਮਨੁੱਖੀ ਜੀਵਨ ਨੂੰ ਘੜਨ ਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਭਾਵੇਂ ਉਦਾਹਰਣ ਕੈਸੇ ਵੀ ਵਰਤਣ, ਗੱਲ ਕੇਵਲ ਉਹਨਾਂ ਗੁਣਾਂ ਦੀ ਹੀ ਕਰਦੇ ਨੇ ਜਿਹੜੇ ਗੁਣ ਮਨੁੱਖ ਆਪਣੇ ਕਿਰਦਾਰ ਵਿੱਚ ਵਸਾ ਕੇ ਸਚਿਆਰਾ ਹੋ ਸਕਦਾ ਹੈ। ਹੁਣ ਆਪ ਜੀ ਨੇ 38 ਨੰਬਰ ਪੌੜੀ ਦਾ ਪਾਠ ਸ਼ਰਵਣ ਕੀਤਾ ਹੈ। ਸਤਿਗੁਰੂ ਨੇ ਇਹਦੇ ਵਿੱਚ ਵੀ ਇੱਕ ਕਿਰਤੀ ਮਨੁੱਖ ਦੀ ਉਦਾਹਰਣ ਹੀ ਵਰਤੀ ਹੈ, ਚਾਹੇ ਉਹ ਸੋਨੇ ਦਾ ਕਿੱਤਾ ਕਰਨ ਵਾਲਾ ਹੁਨਰਮੰਦ ਇਨਸਾਨ ਹੈ, ਚਾਹੇ ਉਹ ਲੋਹੇ ਦਾ ਕਿੱਤਾ ਕਰਨ ਵਾਲਾ ਹੁਨਰਮੰਦ ਕਾਰੀਗਰ ਇਨਸਾਨ ਹੈ। ਜਿਹੜੇ ਸਾਧਨ ਉਹ ਵਰਤਦਾ ਹੈ ਸੋਨੇ ਨੂੰ ਘੜਨ ਵਾਸਤੇ ਜਾਂ ਲੋਹੇ ਨੂੰ ਘੜਨ ਵਾਸਤੇ, ਉਹਨਾਂ ਦੀ ਉਦਾਹਰਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਤੋਂ ਦੇ ਵਿੱਚ ਲਿਆਂਦੀ ਏ। ਔਰ ਸਾਰੀ ਹੀ ਪੌੜੀ ਦੇ ਅੰਦਰ ਜ਼ਿਕਰ ਇਸ ਗੱਲ ਦਾ ਕੀਤਾ ਹੈ ਵੀ ਮਨੁੱਖ ਆਪਣੇ ਕਿਰਦਾਰ ਨੂੰ ਕਿਵੇਂ ਘੜੇ, ਮਨੁੱਖ ਆਪਣੇ ਵਿਹਾਰ ਨੂੰ ਕਿਵੇਂ ਸੁਚੱਜਾ ਬਣਾਏ, ਮਨੁੱਖ ਆਪਣੀ ਜੀਵਨ ਰਹਿਣੀ ਨੂੰ ਕਿਵੇਂ ਉੱਚਾ ਸੁੱਚਾ ਕਰੇ ਤਾਂ ਕਿ ਇਹ ਸਚਿਆਰਾ ਬਣ ਜਾਏ। ਜਿੱਥੋਂ ਗੱਲ ਆਰੰਭ ਕੀਤੀ ਸੀ ਸਤਿਗੁਰੂ ਹੁਣ 38ਵੀਂ ਨੰਬਰ ਪੌੜੀ ਦੇ ਅੰਦਰ ਸਤਿਗੁਰੂ ਜੀ ਇੱਕ ਪ੍ਰਤੀਕ ਵਰਤ ਕੇ ਸੁਨਿਆਰ ਦਾ ਜੀਵਨ ਨੂੰ ਘੜਨ ਦੀ ਗੱਲ ਕਰਦੇ ਆਂ, ਗੁਣਵਾਨ ਬਣਾਉਣ ਦੀ ਗੱਲ ਕਰਦੇ ਆਂ। ਫਿਰ ਇਹ ਜੁਗਤ ਦੱਸ ਰਹੇ ਨੇ ਵੀ ਇਵੇਂ ਸਚਿਆਰਾ ਹੋ ਸਕਦਾ ਹੈ ਮਨੁੱਖ ਦਾ ਜੀਵਨ ਜੇ ਇਹ ਇਹਨਾਂ ਗੁਣਾਂ ਨੂੰ ਆਪਣੇ ਜੀਵਨ ਕਿਰਦਾਰ ਦੇ ਵਿੱਚ ਲੈ ਆਵੇ। ਤੋ ਬੜਾ ਸੁੰਦਰ ਪ੍ਰਤੀਕ ਵਰਤਿਆ, ਜਤ ਪਹਾਰਾ ਸ਼ਬਦ ਵਰਤਿਆ ਵੀ ਦੁਕਾਨ ਕਾਦੀ ਹੋਵੇ, ਜਤ ਦੀ ਹੋਵੇ। ਉਸ ਦੁਕਾਨ ਦੇ ਵਿੱਚ ਬੈਠਾ ਹੋਇਆ ਕੌਣ ਹੋਵੇ, ਜੋ ਸੁਨਿਆਰਾ ਹੈ ਉਹ ਕੌਣ ਹੋਵੇ, ਧੀਰਜ ਦਾ। ਔਰ ਉਹਦੇ ਕੋਲ ਇੱਕ ਐਰਨ ਹੁੰਦੀ ਹੈ ਲੋਹੇ ਦਾ ਇੱਕ ਟੁਕੜਾ ਜਿਹਦੇ ਉੱਪਰ ਰੱਖ ਕੇ ਉਹ ਘਾੜਤ ਘੜਦਾ ਹੈ, ਉਹ ਕਾਹਦਾ ਹੋਵੇ, ਉਹ ਸੱਤ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਹਥੌੜਾ ਕਾਹਦਾ ਹੋਵੇ ਜਿਹਦੇ ਨਾਲ ਸੱਟ ਵੱਜਣੀ ਹੈ, ਉਹ ਹੋਏਗਾ ਗਿਆਨ ਦਾ, ਗੁਰੂ ਦੇ ਗਿਆਨ ਦਾ। ਔਰ ਇਹਦੇ ਨਾਲ ਹੀ ਧੌਂਕਣੀ ਜਿਹਦੇ ਵਿੱਚ ਨਿੱਕੀ ਜਿਹੀ ਭੱਠੀ ਜਿਹੜੀ ਏ ਉਹਦੇ ਵਿੱਚ ਜਿਸ ਵੇਲੇ ਅੱਗ ਬਾਲੀ ਜਾਣੀ ਹੈ, ਫੂਕ ਮਾਰਨੀ ਹੈ, ਫੂਕ ਮਾਰ ਕੇ ਅੱਗ ਨੂੰ ਮਘਾਇਆ ਜਾਣਾ ਹੈ, ਤਾਂ ਉਹ ਬਾਅਦ ਵਿੱਚ ਉਹਨੂੰ ਫੂਕਣੀ ਕਿਹਾ ਜਾਂਦਾ ਸੀ ਜਾਂ ਧੌਂਕਣੀ ਕਿਹਾ ਜਾਂਦਾ ਸੀ। ਉਹਨਾਂ ਸਮਿਆਂ ਦੇ ਅੰਦਰ ਇੱਕ ਹਵਾ ਦਾ ਨਿੱਕਾ ਜਿਹਾ ਬਲੈਡਰ ਜਿਹਾ ਚਮੜੇ ਦਾ ਬਣਿਆ ਹੁੰਦਾ ਜਿਸ ਨੂੰ ਮਗਰੋਂ ਨੱਪਿਆ ਜਾਂਦਾ, ਅੱਗੋਂ ਇੱਕ ਨਾਲੀ ਲੱਗੀ ਹੁੰਦੀ ਸੀ ਬੜੀ ਲੰਮੀ, ਉਹ ਨਾਲੀ ਜਿਹੜੀ ਸੀ ਸਿੱਧੀ ਭੱਠੀ ਤੱਕ ਪਹੁੰਚਦੀ ਸੀ, ਉਹਨੂੰ ਮਗਰੋਂ ਨੱਪ ਦੇਣਾ ਤਾਂ ਹਵਾ ਦੇ ਪ੍ਰੈਸ਼ਰ ਦੇ ਨਾਲ ਅੱਗ ਸੁਲਗ ਜਾਣੀ। ਇਸੇ ਢੰਗ ਦੇ ਨਾਲ ਉਹਨੂੰ ਕਹਿੰਦੇ ਸਨ ਧੌਂਕਣੀ। ਖੱਲਾ ਉਹ ਕਾਹਦਾ ਹੋਵੇ, ਅਕਾਲ ਪੁਰਖ ਦੇ ਅਦਬ ਦਾ, ਉਹਦੇ ਡਰ ਦਾ। ਔਰ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਅਗਨ ਤਪ ਤਾਓ, ਅੱਗ ਕਾਦੀ ਬਲਦੀ ਹੋਵੇ, ਘਾਲਣਾ ਦੀ, ਕਠਨ ਮਿਹਨਤ ਦੀ। ਔਰ ਭਾਂਡਾ ਕਾਹਦਾ ਹੋਵੇ, ਜਿਸ ਵਿੱਚ ਧਾਤੂ ਨੂੰ ਗਾਲ ਕੇ ਪਾਇਆ ਜਾਣਾ ਹੈ, ਜਿਹਦੇ ਵਿੱਚ ਉਸ ਧਾਤੂ ਨੂੰ ਪਾਇਆ ਕੇ ਰੱਖਿਆ ਜਾਣਾ ਹੈ, ਉਹ ਕਾਹਦਾ ਹੋਵੇ, ਪ੍ਰੇਮ ਦਾ ਭਾਂਡਾ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਗੁਣਾਂ ਦਾ ਜ਼ਿਕਰ ਕੀਤਾ। ਪ੍ਰਤੀਕ ਕਿਵੇਂ ਵਰਤਿਆ ਵੀ ਜਿਵੇਂ ਸੋਨੇ ਦਾ ਸਿੱਕਾ ਢਾਲਣ ਵਾਸਤੇ ਪ੍ਰਮਾਣਿਕ ਸਿੱਕਾ, ਪ੍ਰਮਾਣਿਕ ਸਿੱਕੇ ਦੀਆਂ ਦੋ ਵੱਡੀਆਂ ਨਿਸ਼ਾਨੀਆਂ ਹੁੰਦੀਆਂ ਨੇ। ਉਸ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ ਵੀ ਉਹਦੇ ਵਿੱਚ ਜਿਹੜੀ ਧਾਤੂ ਹੈ, ਮੰਨ ਲਓ ਸੋਨੇ ਦਾ ਸਿੱਕਾ ਹੈ ਤੇ ਉਹਦੀ ਧਾਤੂ ਦੀ ਮਾਤਰਾ ਜਿਹੜੀ ਸਰਕਾਰ ਨੇ ਨਿਯਤ ਕਰ ਦਿੱਤੀ ਹੈ
ਉਹ ਨੀਅਤ ਮਾਤਰਾ ਦੇ ਵਿੱਚ ਹੋਏਗੀ। ਐਸਾ ਨਹੀਂ ਵੀ ਸਿੱਕਿਆਂ ਦਾ ਆਰਡਰ ਦੇ ਦਿੱਤਾ ਗਿਆ ਤੇ ਸਿੱਕਾ ਭਾਵੇਂ ਲੋਹੇ ਦਾ ਬਣ ਜਾਏ, ਭਾਵੇਂ ਚਮੜੇ ਦਾ ਬਣ ਜਾਏ, ਭਾਵੇਂ ਤਾਂਬੇ ਦਾ ਬਣ ਜਾਏ, ਕੋਈ ਮਾਤਰਾ ਵੱਧ ਪੈ ਜਾਏ, ਕੋਈ ਐਸਾ ਨਹੀਂ ਹੁੰਦਾ। ਉਹਦੀ ਮਾਤਰਾ ਮਿਕਦਾਰ ਵੀ ਇੱਕ ਸਿੱਕੇ ਦੇ ਵਿੱਚ ਕਿਹੜੀ ਧਾਤੂ ਦੀ ਕਿੰਨੀ ਮਿਕਦਾਰ ਤੇ ਮਾਤਰਾ ਹੋਏਗੀ, ਇਹ ਨੀਅਤ ਕੀਤੀ ਜਾਂਦੀ ਹੈ, ਕਾਨੂੰਨ ਹੈ। ਦੂਸਰਾ, ਉਸ ਪ੍ਰਮਾਣਿਕ ਸਿੱਕੇ ਦੀ ਦੂਸਰੀ ਵੱਡੀ ਖੂਬੀ ਇਹ ਹੈ ਵੀ ਉਸ ਦੇ ਉੱਤੇ ਜਿਹੜੀ ਮੋਹਰ ਲੱਗੇਗੀ ਦੋਨੋਂ ਪਾਸੇ ਵੱਲ, ਉਹ ਸਰਕਾਰੀ ਹੋਏਗੀ। ਮੰਨ ਲਵੋ ਮਿਕਦਾਰ ਪੂਰੀ ਹੈ ਸਿੱਕੇ ਦੀ, ਜਿਹੜੀ ਧਾਤੂ ਦਾ ਸਿੱਕਾ ਬਣਨਾ ਚਾਹੀਦਾ ਉਹ ਘੜ ਲਿਆ ਗਿਆ, ਪਰ ਉਹਦੇ ਉੱਪਰ ਮੋਹਰ ਨਹੀਂ ਲੱਗੀ ਹੋਈ, ਤਾਂ ਉਹਨੂੰ ਸਿੱਕੇ ਨੂੰ ਸਰਕਾਰੀ ਸਿੱਕਾ ਨਹੀਂ ਕਿਹਾ ਜਾ ਸਕਦਾ। ਉਹ ਮਹਿਜ਼ ਇੱਕ ਧਾਤੂ ਹੋਏਗੀ, ਉਹ ਧਾਤੂ ਦੇ ਰੂਪ ਵਿੱਚ ਵਿਕ ਜਾਏਗੀ, ਸਿੱਕੇ ਦੇ ਰੂਪ ਵਿੱਚ ਨਹੀਂ ਚੱਲੇਗੀ। ਜੇਕਰ ਉੱਪਰ ਮੋਹਰ ਲੱਗੀ ਹੋਈ ਹੈ, ਸਰਕਾਰ ਵੱਲੋਂ ਪ੍ਰਮਾਣਿਕ ਕੀਤੀ ਹੋਈ ਮੋਹਰ ਤਾਂ ਹੈ, ਪਰ ਉਹ ਧਾਤੂ ਜਿਹੜੀ ਏ ਉਹ ਪ੍ਰਮਾਣਿਕ ਨਹੀਂ, ਉਹ ਆਪਣੀ ਮਿਕਦਾਰ ਵਿੱਚ ਨਹੀਂ, ਉਹ ਸ਼ੁੱਧ ਨਹੀਂ, ਤਾਂ ਵੀ ਸਿੱਕੇ ਨੂੰ ਖੋਟਾ ਮੰਨਿਆ ਜਾਏਗਾ। ਤਾਂ ਦੋ ਵੱਡੀਆਂ ਉਸ ਦੀਆਂ ਨਿਸ਼ਾਨੀਆਂ ਨੇ। ਸਰਕਾਰ ਨੇ ਜਿਹੜਾ ਮਟੀਰੀਅਲ ਨੀਅਤ ਕਰ ਦਿੱਤਾ ਹੈ, ਉਹ ਮਟੀਰੀਅਲ ਮੁਕੰਮਲ ਹੋਵੇ, ਪੂਰਾ ਹੋਵੇ, ਮਿਕਦਾਰ ਦੇ ਬਰਾਬਰ ਹੋਵੇ, ਤੋਲ ਦੇ ਬਰਾਬਰ ਹੋਵੇ, ਤੇ ਜਿਹੜੀ ਸਰਕਾਰ ਨੇ ਉਸ ਸਿੱਕੇ ਵਾਸਤੇ ਮੋਹਰ ਅਪਣਾਈ ਹੋਈ ਹੈ, ਲਾਗੂ ਕੀਤੀ ਹੋਈ, ਉਹ ਮੋਹਰ ਉਹਦੇ ਦੋਨੋਂ ਪਾਸੇ ਲੱਗੀ ਹੋਈ ਹੋਵੇ, ਤਾਂ ਉਸ ਸਿੱਕੇ ਨੂੰ ਖਰਾ ਸਿੱਕਾ ਆਖਿਆ ਜਾਂਦਾ ਹੈ, ਨਹੀਂ ਤਾਂ ਉਹ ਖੋਟਾ ਹੋਏਗਾ। ਅਗਰ ਕਿਸੇ ਵੀ ਪੱਖ ਵਿੱਚ ਕਾਣੂ ਰਹਿ ਗਈ, ਘਾਟ ਰਹਿ ਗਈ, ਉਹ ਸਿੱਕਾ ਖੋਟਾ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਜੀਵਨ ਬਾਬਤ ਵੀ ਜ਼ਿਕਰ ਕੀਤਾ ਹੈ। ਆਖਿਆ ਜੇ ਤਾਂ ਸਾਡੇ ਜੀਵਨ ਦੇ ਅੰਦਰ ਧਰਮ ਦੀ ਮਿਕਦਾਰ ਹੈ, ਹੁਣ ਜਿਵੇਂ ਗੁਰਮਤਿ ਸਾਨੂੰ ਸਮਝਾਉਂਦੀ ਹੈ ਵੀ ਅਸੀਂ ਸੰਸਾਰ ਵਿੱਚ ਰਹਿੰਦਿਆਂ ਵੀ ਨਿਰੰਕਾਰ ਦੇ ਨਾਲ ਜੁੜੇ ਰਹਿਣਾ, ਅਸੀਂ ਕਿਰਤਕਾਰ ਕਰਦਿਆਂ ਵੀ ਭਗਤੀ ਵਾਲੇ ਧਰਮੀ ਜੀਵਨ ਵਾਲੇ ਹੋ ਸਕਦੇ ਹਾਂ, ਤਾਂ ਇੱਕ ਮਿਕਦਾਰ ਹੈ। ਸੰਸਾਰ ਨਾਲੋਂ ਸੰਬੰਧ ਟੁੱਟ ਗਿਆ ਤੇ ਕੱਲਾ ਨਿਰੰਕਾਰ ਹੀ ਕਰਦੇ ਰਹੇ, ਰੱਬ ਹੀ ਕਰਦੇ ਰਹੇ, ਹਜ਼ੂਰ ਨੇ ਆਖਿਆ ਤਾਂ ਵੀ ਇਨਸਾਨੀ ਜੀਵਨ ਦਾ ਜਿਹੜੇ ਫਰਜ਼ ਨੇ, ਜਿਹੜੀਆਂ ਸਾਡੀਆਂ ਲੋੜਾਂ ਨੇ, ਉਹਨਾਂ ਤੋਂ ਬੰਦਾ ਆਕੀ ਹੋ ਕੇ, ਬਾਗੀ ਹੋ ਕੇ, ਭਗੌੜਾ ਹੋ ਕੇ ਵੀ ਰੱਬ ਕਰ ਲਵੇ, ਤਾਂ ਉਹ ਦੂਜਿਆਂ ਤੇ ਡਿਪੈਂਡ ਹੋ ਜਾਂਦਾ ਹੈ, ਨਿਰਭਰ ਹੋ ਜਾਂਦਾ ਹੈ। ਜੇਕਰ ਮਨੁੱਖ ਕੱਲਾ ਦੁਨੀਆ ਦੇ ਪਦਾਰਥਾਂ ਦੀ ਦੌੜ ਵਿੱਚ ਹੀ ਉਲਝਿਆ ਰਵੇ, ਦੌਲਤਾਂ ਇਕੱਠੀਆਂ ਕਰਦਾ ਰਹੇ, ਦੌੜ ਭੱਜ ਵਿੱਚ ਪਦਾਰਥਾਂ ਦੇ ਚੱਕਰਾਂ ਵਿੱਚ ਹੀ ਉਲਝਿਆ ਰਵੇ, ਸ਼ੁਭ ਗੁਣਾਂ ਵੱਲ ਤੇ ਚੰਗੇ ਕਿਰਦਾਰ ਵੱਲ ਧਿਆਨ ਨਾ ਦੇਵੇ, ਤਾਂ ਵੀ ਇਨਸਾਨੀ ਜੀਵਨ ਡਗਮਗਾ ਜਾਂਦਾ ਹੈ। ਤੋ ਦੋਵੇਂ ਮਿਕਦਾਰ ਜਿਹੜੀ ਉਹ ਪੂਰੀ ਹੋਵੇ, ਸੰਸਾਰ ਦੀਆਂ ਜ਼ਿੰਮੇਵਾਰੀਆਂ, ਫਰਜ਼, ਲੋੜਾਂ, ਜੋ ਸਾਡਾ ਕਰਮ ਕਰਨਾ ਬਣਦਾ ਹੈ, ਸੰਸਾਰ ਦੀ ਜੋ ਡਿਊਟੀ ਹੈ, ਉਹ ਵੀ ਨਿਭਾਉਂਦਿਆਂ, ਸ਼ੁਭ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਿਆਂ ਰੱਬੀ ਜੀਵਨ ਜਿਉਣਾ, ਅਕਾਲ ਪੁਰਖ ਦੇ ਚਿੰਤਨ ਵਾਲਾ, ਭਗਤੀ ਵਾਲਾ ਜੀਵਨ ਜਿਉਣਾ, ਪਰਮੇਸ਼ਰੀ ਗੁਣਾਂ ਵਾਲਾ ਜੀਵਨ ਜਿਉਣਾ, ਧਰਮ ਨੂੰ, ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਚੱਲਣਾ, ਇਹ ਦੋਵੇਂ ਗੱਲਾਂ ਹੀ ਸਾਡੇ ਜੀਵਨ ਵਿੱਚ ਅਗਰ ਪੂਰੀਆਂ ਹੋਣ ਤਾਂ ਸਤਿਗੁਰੂ ਜੀ ਆਖਦੇ ਨੇ ਇਹ ਹੈ ਮਿਕਦਾਰ, ਸਹੀ ਇਨਸਾਨੀ ਜੀਵਨ ਜਿਹੜਾ ਦੂਜਿਆਂ ਦੀ ਤਰਜਮਾਨੀ ਕਰ ਸਕਦਾ ਹੈ। ਤੇ ਇਸ ਤੋਂ ਅਗਲੀ ਗੱਲ ਹੈ, ਸਾਡਾ ਵਿਹਾਰ ਜਿਹੜਾ ਉਹ ਮੋਹਰ ਹੈ ਇਸ ਗੱਲ ਦੀ। ਹੁਣ ਪ੍ਰਭੂ ਅਕਾਲ ਪੁਰਖ ਦੀ ਭਗਤੀ ਦੀ ਸਤਿਗੁਰੂ ਨੇ ਬਾਣੀ ਦੇ ਵਿੱਚ ਨਿਸ਼ਾਨੀ ਦਿੱਤੀ ਹੈ। ਪ੍ਰਭ ਮਿਲਣਾ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ। ਵੀ ਵਾਹਿਗੁਰੂ ਦੇ ਮਿਲਣ ਦੀ ਨਿਸ਼ਾਨੀ ਕੀ ਹੈ, ਸੁਹਾਗਣ ਦੀ ਨਿਸ਼ਾਨੀ ਕੀ ਹੈ, ਧਰਮੀ ਦੀ ਨਿਸ਼ਾਨੀ ਕੀ ਹੈ, ਇਹ ਨਿਸ਼ਾਨੀਆਂ ਵੀ ਬਾਣੀ ਦੇ ਵਿੱਚ ਦੱਸੀਆਂ ਨੇ। ਵੀ ਸਾਡੇ ਜੀਵਨ ਅੰਦਰ ਆਹ ਗੁਣ ਹੋਣਗੇ, ਅਸੀਂ ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋਵਾਂਗੇ, ਇਸ ਤਰ੍ਹਾਂ ਦੀ ਸਾਡੀ ਰਹਿਣੀ ਬਹਿਣੀ ਹੋਏਗੀ, ਇਸ ਤਰ੍ਹਾਂ ਦਾ ਸਾਡਾ ਕਿਰਦਾਰ ਹੋਏਗਾ, ਉਹ ਸਤਿਗੁਰੂ ਨੇ ਸਾਨੂੰ ਚਿੰਨ੍ਹ ਦੱਸੇ ਨੇ। ਇਹ ਨਿਸ਼ਾਨੀਆਂ ਹੋਣਗੀਆਂ, ਇਹ ਸਮਝੋ ਮੋਹਰ ਹੈ ਤੁਹਾਡੇ ਕਿਰਦਾਰ ਉੱਤੇ ਲੱਗੀ ਹੋਈ। ਉਹ ਜੀਵਨ ਪੂਰਨ ਰੂਪ ਵਿੱਚ ਖਰਾ ਹੈ ਜਿਹੜਾ ਇਹਨਾਂ ਦੋ ਅਸੂਲਾਂ ਦੀ ਪਾਲਣਾ ਕਰ ਰਿਹਾ ਹੈ। ਤੇ ਜਿਸ ਵਿੱਚ ਘਾਟ ਹੈ, ਕਾਣੂ ਹੈ, ਸਮਝੋ ਉਹਦੇ ਅੰਦਰ ਖੋਟ ਹੈ, ਉਹ ਕਿਸੇ ਪੱਖੋਂ ਊਣਾ ਹੈ, ਕਿਸੇ ਪੱਖੋਂ ਖਾਲੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਪ੍ਰਤੀਕ ਵਰਤੇ, ਉਹ ਵਰਤੇ ਇੱਕ ਟਕਸਾਲ ਦਾ। ਟਕਸਾਲ ਕਹਿੰਦੇ ਨੇ ਜਿਸ ਜਗ੍ਹਾ ਤੇ ਸਿੱਕੇ ਘੜੇ ਜਾਂਦੇ ਨੇ, ਜਿਸ ਜਗ੍ਹਾ ਦੇ ਉੱਤੇ ਕਰੰਸੀ ਬਣਾਈ ਜਾਂਦੀ ਹੈ। ਜਿਵੇਂ ਅੱਜ ਕੱਲ੍ਹ ਦੀਆਂ ਸਰਕਾਰਾਂ ਨੇ ਆਪਣੀਆਂ ਟਕਸਾਲਾਂ ਜਿਹੜੀਆਂ ਹਨ ਹਰ ਇੱਕ ਕੰਟਰੀ ਦੇ ਵਿੱਚ ਰੱਖੀਆਂ ਹੋਈਆਂ ਨੇ, ਪੂਰੀ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਬਹੁਤ ਹੀ ਦਾਨੇ ਔਰ ਸਿਆਣੇ ਕਾਰੀਗਰ ਉਸ ਜਗ੍ਹਾ ਦੇ ਉੱਤੇ ਮੌਜੂਦ ਨੇ, ਸਰਕਾਰੀ ਅਮਲਾ ਫੈਲਾ ਉਸ ਜਗ੍ਹਾ ਦੇ ਉੱਤੇ ਮੌਜੂਦ ਹੈ। ਇੱਕ ਵੀ ਸਿੱਕਾ ਘੜਿਆ ਜਾਂਦਾ ਹੈ, ਇੱਕ ਵੀ ਨੋਟ ਉਸ ਜਗ੍ਹਾ ਦੇ ਉੱਤੇ ਬਣਦਾ ਹੈ, ਕੋਈ ਵੀ ਕਰੰਸੀ ਉਸ ਜਗ੍ਹਾ ਦੇ ਉੱਤੇ ਤਿਆਰ ਕੀਤੀ ਜਾਂਦੀ ਹੈ ਤਾਂ ਉਹ ਸਰਕਾਰੀ ਬਣਾਏ ਹੋਏ ਕਾਨੂੰਨ ਤੇ ਹਦਾਇਤਾਂ ਦੇ ਮੁਤਾਬਕ ਕੀਤੀ ਜਾਂਦੀ ਹੈ। ਤਾਂ ਉਹ ਰਿਜ਼ਰਵ ਬੈਂਕਾਂ, ਉਹ ਟਕਸਾਲਾਂ, ਉਹ ਸਿੱਕੇ ਘੜਨ ਵਾਲੀਆਂ ਥਾਵਾਂ ਜਿਹੜੀਆਂ ਹਨ ਜਿੱਥੇ ਕਰੰਸੀ ਪੈਦਾ ਕੀਤੀ ਜਾਂਦੀ, ਉਪਜਾਈ ਜਾਂਦੀ ਹੈ, ਉੱਥੇ ਕਿੰਨਾ ਅਸੂਲਾਂ ਦਾ, ਕਾਨੂੰਨਾਂ ਦਾ ਖਿਆਲ ਰੱਖਿਆ ਜਾਂਦਾ ਹੈ ਤਾਂ ਕਿ ਕੋਈ ਵੀ ਕਰੰਸੀ ਜਿਹੜੀ ਹੈ ਉਹ ਵੱਧ ਘੱਟ, ਖੋਟੀ ਜਾਂ ਅਧੂਰੀ ਨਾ ਹੋਵੇ। ਸਤਿਗੁਰੂ ਜੀ ਨੇ ਐਸਾ ਪ੍ਰਤੀਕ ਵਰਤਿਆ। ਪੁਰਾਣੇ ਸਮਿਆਂ ਦੇ ਅੰਦਰ ਵੀ ਇਸੇ ਤਰ੍ਹਾਂ ਦੀਆਂ ਟਕਸਾਲਾਂ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ ਦੀਆਂ, ਹਰ ਦੇਸ਼ ਦੀ ਸਰਕਾਰ ਦੀਆਂ ਹੁੰਦੀਆਂ ਸਨ ਜਿਸ ਤਰ੍ਹਾਂ ਅੱਜ ਨੇ। ਸਤਿਗੁਰੂ ਜੀ ਨੇ ਇੱਕ ਪ੍ਰਤੀਕ ਵਰਤਿਆ ਹੈ। ਇੱਕ ਦੁਕਾਨ ਹੈ, ਉਸ ਦੁਕਾਨ ਦੇ ਵਿੱਚ ਬੈਠਾ ਹੋਇਆ ਹੈ ਕਾਰੀਗਰ, ਸੁਨਿਆਰ, ਜਿਹੜਾ ਸੋਨੇ ਦੇ ਸਿੱਕੇ ਘੜ ਰਿਹਾ ਹੈ। ਉਹ ਸੋਨੇ ਦਾ ਸਿੱਕਾ ਘੜਨ ਵਾਸਤੇ ਉਹਨੇ ਕਿਹੜੇ ਸਾਧਨ, ਕਿਹੜੀ ਤਕਨੀਕ ਅਪਣਾਈ ਹੈ, ਕੁਝ ਕੁ ਸਤਿਗੁਰੂ ਜੀ ਨੇ ਉਹਦਾ ਪ੍ਰਤੀਕ ਵਰਤ ਕੇ ਗੱਲ ਕੀ ਕੀਤੀ ਹੈ ਸਾਡੇ ਜੀਵਨ ਦੀ, ਸਾਡੇ ਕਿਰਦਾਰ ਦੀ, ਵੀ ਇੱਕ ਪਰਫੈਕਟ ਖਰੇ ਸਿੱਕੇ ਵਾਂਗ ਸਾਡਾ ਕਿਰਦਾਰ ਜਿਹੜਾ ਹੈ ਉਹ ਚੱਲਣ ਦੇ ਯੋਗ ਕਿਵੇਂ ਹੋ ਸਕਦਾ ਹੈ।
ਉਹ ਅਕਾਲ ਪੁਰਖ ਵਾਹਿਗੁਰੂ ਦੇ ਦਰ ਪ੍ਰਵਾਨ ਕਿਵੇਂ ਹੋ ਸਕਦਾ ਹੈ? ਉਹ ਵਾਹਿਗੁਰੂ ਦੀ ਨਜ਼ਰ ਦੇ ਵਿੱਚ ਕਬੂਲ ਕਿਵੇਂ ਪੈ ਸਕਦਾ ਹੈ? ਜਿਵੇਂ ਉਹ ਖਰਾ ਸਿੱਕਾ ਜਿਹੜਾ ਹੈ ਉਹ ਬਾਦਸ਼ਾਹ ਦੇ ਹੱਥ ਵਿੱਚ ਆਵੇ ਤਾਂ ਵੀ ਉਹ ਮਾਣ ਦਾ ਅਧਿਕਾਰੀ ਹੈ, ਉਹ ਕਿਸੇ ਗਰੀਬ ਦੇ ਹੱਥ ਵਿੱਚ ਆਵੇ ਤਾਂ ਵੀ ਮਾਣ ਦਾ ਅਧਿਕਾਰੀ, ਕਿਉਂਕਿ ਉਹ ਸਿੱਕਾ ਪ੍ਰਮਾਣਿਕ ਹੈ। ਠੀਕ ਇਸੇ ਤਰ੍ਹਾਂ ਸਾਡਾ ਇਹ ਜੀਵਨ ਸੰਸਾਰ ਵਿੱਚ ਵੀ ਤੇ ਅਕਾਲ ਪੁਰਖ ਦੇ ਦਰ ਉੱਤੇ ਦੋਵਾਂ ਥਾਵਾਂ ਤੇ ਕਿਵੇਂ ਕਬੂਲ ਤੇ ਪ੍ਰਵਾਨ ਚੜ ਸਕਦਾ ਹੈ? ਜੇ ਖਰਾ ਹੋਵੇਗਾ, ਜੇ ਪ੍ਰਮਾਣਿਕ ਹੋਏਗਾ। ਤੇ ਪ੍ਰਮਾਣਿਕ ਬਣਾਉਣ ਵਾਸਤੇ ਕਿਹੜੀਆਂ-ਕਿਹੜੀਆਂ ਗੱਲਾਂ ਸਾਡੇ ਜੀਵਨ ਵਿੱਚ ਚਾਹੀਦੀਆਂ ਨੇ, ਸਤਿਗੁਰੂ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ। ਤੋਂ ਪਹਿਲੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਜਤ ਪਹਾਰਾ। ਪਹਾਰਾ ਦਾ ਅਰਥ ਹੁੰਦਾ ਹੈ ਦੁਕਾਨ, ਉਹ ਜਗ੍ਹਾ ਜਿਸ ਜਗ੍ਹਾ ਦੇ ਉੱਤੇ ਬੈਠ ਕੇ ਕਾਰੀਗਰ ਸਿੱਕੇ ਘੜ ਰਿਹਾ ਹੈ। ਸਤਿਗੁਰੂ ਜੀ ਆਖਦੇ ਨੇ ਜਤ ਰੂਪੀ ਦੁਕਾਨ ਹੋਵੇ। ਜਤ ਦਾ ਅਰਥ ਹੈ ਆਪਣੇ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਲੈਣਾ। ਸਾਡੇ 5 ਗਿਆਨ ਇੰਦਰੀ ਨੇ, ਸਾਡੀਆਂ ਅੱਖਾਂ, ਸਾਡੇ ਕੰਨ, ਸਾਡੀ ਨਾਸਕਾ, ਸਾਡੀ ਜ਼ੁਬਾਨ ਤੇ ਸਾਡੀ ਚਮੜੀ। ਇਹ 5 ਚੀਜ਼ਾਂ ਨੇ। ਵਿਦਵਾਨਾਂ ਨੇ ਮੰਨਿਆ ਵੀ ਇਹ ਜਿਹੜੇ ਸਾਡੇ 5 ਗਿਆਨ ਇੰਦਰੀ ਨੇ, ਇਹਨਾਂ ਦੇ ਨਾਲ ਹੀ ਸਾਡੀ ਬਾਹਰ ਦੀਆਂ ਚੀਜ਼ਾਂ ਨਾਲ ਸਾਂਝ ਬਣਦੀ ਹੈ ਤੇ ਸਾਨੂੰ ਉਹਨਾਂ ਪ੍ਰਤੀ ਪਤਾ ਲੱਗਦਾ ਹੈ ਉਹ ਕੀ ਹੈ। ਅੱਖਾਂ ਨਾਲ ਅਸੀਂ ਦੇਖ ਕੇ ਅੰਦਾਜ਼ਾ ਲਾਉਂਦੇ ਹਾਂ, ਸਾਡਾ ਨਜ਼ਰੀਆ ਹੁੰਦਾ ਹੈ। ਪਸ਼ੂ ਦੀ ਪਛਾਣ, ਮਨੁੱਖ ਦੀ ਪਛਾਣ, ਆਪਣੇ ਦੀ ਪਛਾਣ, ਬੇਗਾਨੇ ਦੀ ਪਛਾਣ, ਰੰਗਾਂ ਦੀ ਪਛਾਣ, ਹਰ ਇੱਕ ਚੀਜ਼ ਦੀ ਪਛਾਣ ਅਸੀਂ ਆਪਣੀ ਅੱਖ ਨਾਲ ਕਰਦੇ ਹਾਂ। ਜੋ ਦੇਖਦੇ ਹਾਂ ਉਹ ਤਸਵੀਰਾਂ ਫਿਰ ਸਾਡੇ ਦਿਮਾਗ ਤੱਕ ਪਹੁੰਚਦੀਆਂ ਨੇ ਔਰ ਅਸੀਂ ਡਿਸਾਈਡ ਕਰਦੇ ਹਾਂ, ਫੈਸਲਾ ਕਰਦੇ ਹਾਂ, ਨਿਰਣਾ ਕਰਦੇ ਹਾਂ ਵੀ ਕੀ ਹੈ ਜੋ ਸਾਡੇ ਸਾਹਮਣੇ, ਉਹਦੇ ਪ੍ਰਤੀ ਸਾਡਾ ਨਜ਼ਰੀਆ ਬਣ ਜਾਂਦਾ ਹੈ। ਕੰਨਾਂ ਦੇ ਵਿੱਚ ਸਾਡੀ ਆਵਾਜ਼ ਪੈਂਦੀ ਹੈ, ਸਰੋਤ ਪੈਂਦੀ ਹੈ, ਨਾਦ ਪੈਂਦਾ ਹੈ, ਅਸੀਂ ਫੈਸਲਾ ਕਰ ਲੈਂਦੇ ਹਾਂ ਮਿੱਠਾ ਹੈ, ਮਿੱਠਾ ਬੋਲਣਾ ਹੈ, ਕੌੜਾ ਬੋਲਣਾ ਹੈ, ਇਹ ਬੋਲੀ ਕਿਹੋ ਜਿਹੀ ਹੈ, ਭਾਸ਼ਾ ਕਿਹੋ ਜਿਹੀ, ਸ਼ਬਦ ਕੀ ਨੇ, ਆਵਾਜ਼ ਕੀ ਹੈ। ਉਹ ਵੀ ਸਾਡੀ ਬੁੱਧੀ ਨੂੰ, ਸਾਡੇ ਦਿਮਾਗ ਨੂੰ ਉਹ ਗੱਲ ਪਹੁੰਚਦੀ ਹੈ, ਨਿਰਣਾ ਹੁੰਦਾ ਹੈ ਉਸ ਬਾਰੇ। ਇਸੇ ਤਰ੍ਹਾਂ ਸਾਡੀ ਨਾਸਕਾ ਹੈ, ਅਸੀਂ ਸੁੰਘਦੇ ਹਾਂ ਆਪਣੇ ਨੱਕ ਦੇ ਨਾਲ ਤਾਂ ਅਸੀਂ ਉਹਦੇ ਤੋਂ ਖੁਸ਼ਬੂ ਦਾ, ਬਦਬੂ ਦਾ, ਚੰਗੀ ਮਾੜੀ ਸਮੈਲ ਦਾ ਅੰਦਾਜ਼ਾ ਲਾਉਂਦੇ ਹਾਂ, ਨਿਰਣਾ ਕਰਦੇ ਹਾਂ। ਅਸੀਂ ਆਪਣੀ ਜ਼ਬਾਨ ਦੇ ਨਾਲ ਕੁਝ ਚੱਖਦੇ ਹਾਂ, ਖਾਂਦੇ ਹਾਂ, ਸਾਨੂੰ ਪਤਾ ਲੱਗਦਾ ਹੈ ਵੀ 6 ਰਸਾਂ ਦੇ ਵਿੱਚੋਂ ਕਿਹੜਾ ਰਸ ਹੈ, ਖੱਟਾ ਹੈ, ਮਿੱਠਾ ਹੈ, ਕੌੜਾ ਹੈ, ਕਿਹੋ ਜਿਹਾ ਰਸ ਹੈ। ਸਾਡੀ ਚਮੜੀ ਦੇ ਉੱਤੇ ਕੋਈ ਚੀਜ਼ ਸਪਰਸ਼ ਹੁੰਦੀ ਹੈ ਜਾਂ ਅਸੀਂ ਕਿਸੇ ਚੀਜ਼ ਨੂੰ ਛੂੰਹਦੇ ਹਾਂ, ਸਾਨੂੰ ਉਹਦੇ ਖਰਵੇ ਹੋਣ ਦਾ, ਮੁਲਾਇਮ ਹੋਣ ਦਾ, ਉਹਦੇ ਹਰ ਤਰ੍ਹਾਂ ਦਾ ਅਹਿਸਾਸ ਸਾਡੀ ਚਮੜੀ ਦੇ ਰਾਹੀਂ ਸਾਡੇ ਦਿਮਾਗ ਤੱਕ ਪਹੁੰਚਦਾ ਹੈ। ਸੋ ਜਿਨ੍ਹਾਂ ਚੀਜ਼ਾਂ ਦੇ ਨਾਲ ਅਸੀਂ ਬਾਹਰ ਦੀਆਂ ਚੀਜ਼ਾਂ ਦੇ ਨਾਲ ਸੰਬੰਧ ਜੋੜਦੇ ਹਾਂ, ਜਿਹੜੇ ਇੰਦਰੀਆਂ ਦੇ ਨਾਲ, ਤੇ ਉਹਨਾਂ ਇੰਦਰੀਆਂ ਦੇ ਨਾਲ ਸਾਂਝ ਜੋੜਨ ਤੋਂ ਬਾਅਦ ਜੋ ਅਸੀਂ ਆਪਣੀ ਬੁੱਧੀ ਦੇ ਨਾਲ, ਆਪਣੇ ਬ੍ਰੇਨ ਦੇ ਨਾਲ, ਆਪਣੇ ਦਿਮਾਗ ਦੇ ਨਾਲ ਨਿਰਣਾ ਕਰਦੇ ਹਾਂ ਉਸ ਚੀਜ਼ ਬਾਰੇ, ਉਹਦੀ ਪਛਾਣ ਕਰਦੇ ਹਾਂ, ਫਿਰ ਉਹਨਾਂ ਨਿਰਣਿਆਂ ਦੇ ਆਧਾਰ ਉੱਤੇ ਅਸੀਂ ਆਪਣਾ ਫੈਸਲਾ ਲੈਂਦੇ ਹਾਂ। ਉਹ 5 ਗਿਆਨ ਇੰਦਰੀ ਜਿਹੜੇ ਸਾਨੂੰ ਬਾਹਰ ਦੀਆਂ ਚੀਜ਼ਾਂ ਦੇ ਨਾਲ ਸੰਪਰਕ ਜੋੜਦੇ ਨੇ ਤੇ ਸਾਨੂੰ ਦੱਸਦੇ ਨੇ, ਸੁਨੇਹਾ ਭੇਜਦੇ ਨੇ, ਉਹ 5 ਗਿਆਨ ਇੰਦਰੀ। ਇਹਨਾਂ 5 ਗਿਆਨ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕਣਾ, ਇਹ ਹੈ ਗੁਰਮਤ ਦਾ ਜਤ। ਵੈਸੇ ਐਸੇ ਜਤੀਆਂ ਦਾ ਜ਼ਿਕਰ ਵੀ ਆਉਂਦਾ ਹੈ ਭਾਰਤੀ ਕਲਚਰ ਦੇ ਅੰਦਰ, ਜਿਹੜੇ ਜਤੀਆਂ ਦਾ ਅਰਥ ਕੇਵਲ ਇਹ ਹੈ ਵੀ ਉਹ ਸ਼ਾਦੀशुदा ਨਹੀਂ ਸਨ, ਉਹ ਲੰਗੋਟ ਦੇ ਧਾਰਨੀ ਸਨ ਅਤੇ ਉਹਨਾਂ ਨੇ ਆਪਣੀ ਇੰਦਰੀਆਂ ਨੂੰ ਜਿਹੜਾ ਹੈ ਉਹ ਗ੍ਰਸਤ ਵਿੱਚ ਜਾਂ ਕਾਮ ਵਾਲੇ ਪਾਸੇ ਨਹੀਂ ਖੜਿਆ, ਇਸ ਕਰਕੇ ਉਹਨਾਂ ਨੂੰ ਜਤੀ ਦੇ ਨਾਮ ਨਾਲ ਸੱਦਿਆ ਜਾਂਦਾ। ਪਰ ਗੁਰਮਤ ਵਿੱਚ ਕਿਉਂਕਿ ਕੋਈ ਐਸਾ ਸੰਕਲਪ ਨਹੀਂ, ਗੁਰਮਤ ਵਿੱਚ ਕੇਵਲ ਉੱਚੇ ਕਿਰਦਾਰ ਦੀ ਮਹੱਤਤਾ ਹੈ। ਸੱਚੋਂ ਔਰੈ ਸਭ ਕੋ ਉੱਪਰ ਸੱਚ ਆਚਾਰ। ਉਹ ਕਿਰਦਾਰ ਦਾ ਅਰਥ ਹੈ ਵੀ ਅਸੀਂ ਆਪਣੇ ਗਿਆਨ ਇੰਦਰੀਆਂ ਨੂੰ ਵਿਕਾਰ ਦਾ ਅਰਥ ਹੁੰਦਾ ਹੈ ਮਾੜੇ ਪਾਸੇ ਵੱਲ ਜਾਣ ਤੋਂ ਰੋਕ ਲਈਏ। ਅੱਖਾਂ ਤੇ ਸੰਸਾਰ ਨੂੰ ਵੇਖਣਗੀਆਂ, ਅਗਰ ਅਸੀਂ ਅੱਖਾਂ ਹੀ ਬੰਦ ਕਰ ਲਵਾਂਗੇ ਤਾਂ ਸੰਸਾਰ ਨਾਲ ਸਾਡੀ ਸਾਂਝ ਕਿਵੇਂ ਬਣੇਗੀ? ਸਾਨੂੰ ਚੰਗਾ ਮਾੜਾ ਹਰ ਤਰ੍ਹਾਂ ਦਾ ਕਿਵੇਂ ਨਜ਼ਰ ਆਏਗਾ? ਫਿਰ ਕਿਵੇਂ ਅਸੀਂ ਨਿਰਣਾ ਕਰਾਂਗੇ? ਕਿਵੇਂ ਅਸੀਂ ਫੈਸਲਾ ਲਵਾਂਗੇ ਵੀ ਕੀ ਕਰਨਾ ਕੀ ਨਹੀਂ ਕਰਨਾ? ਤਾਂ ਅੱਖਾਂ ਬੰਦ ਕਰਨਾ ਮਸਲੇ ਦਾ ਹੱਲ ਨਹੀਂ ਹੈ। ਗੁਰਮਤ ਨੇ ਆਖਿਆ ਅੱਖਾਂ ਦੇ ਨਾਲ ਸੰਸਾਰ ਨੂੰ ਵੇਖਣਾ ਹੈ, ਪਰ ਆਪਣਾ ਨਜ਼ਰੀਆ ਠੀਕ ਰੱਖਣਾ ਹੈ। ਨਜ਼ਰ ਬੰਦ ਨਹੀਂ ਕਰਨੀ, ਨਜ਼ਰੀਆ ਠੀਕ ਕਰਨਾ ਹੈ। ਇਹ ਹੈ ਗੁਰਮਤ ਦਾ ਜਤ। ਕੰਨ ਬੰਦ ਨਹੀਂ ਕਰਨੇ, ਪਰ ਆਪਣੇ ਕੰਨਾਂ ਦੇ ਨਾਲ ਕੋਈ ਚੀਜ਼ ਸੁਣ ਕੇ ਵੀ ਆਪਣੀ ਬੁੱਧ ਨੂੰ ਭਟਕਣਾ ਤੋਂ ਬਚਾ ਲੈਣਾ ਹੈ। ਇਹ ਹੈ ਗੁਰਮਤ ਦਾ ਜਤ। ਅਸੀਂ ਇਹਨਾਂ ਨਾਸਾਂ ਦੇ ਨਾਲ, ਨੱਕ ਦੇ ਨਾਲ ਸੁੰਘਦੇ ਹਾਂ, ਪਰ ਸੁੰਘਣ ਤੋਂ ਬਾਅਦ ਵੀ ਅਸੀਂ ਨਿਰਣੇ ਦੇ ਆਧਾਰ ਉੱਤੇ ਸਹੀ ਫੈਸਲਾ ਲੈ ਲੈਣਾ। ਜ਼ਬਾਨ ਦੇ ਨਾਲ ਅਸੀਂ ਚੱਖਦਿਆਂ ਹੋਇਆਂ ਵੀ ਰਸਾਂ ਕਸਾਂ ਵਿੱਚ, ਚਸਕਿਆਂ ਵਿੱਚ ਨਹੀਂ ਉਲਝਣਾ, ਆਪਣੀ ਬੁੱਧੀ ਨੂੰ ਭਟਕਣ ਨਹੀਂ ਦੇਣਾ, ਆਪਣੀ ਸੁਰਤ ਨੂੰ ਮੈਲਿਆ ਨਹੀਂ ਹੋਣ ਦੇਣਾ, ਚਮੜੀ ਦਾ ਸਪਰਸ਼ ਹੁੰਦਿਆਂ ਹੋਇਆਂ ਵੀ। ਇਹ ਸਭ ਗੱਲਾਂ ਵੀ ਗਿਆਨ ਇੰਦਰੀ ਨੇ ਜਿਹੜੇ, ਉਹ ਤਾਂ ਸੰਸਾਰ ਦੀ ਹਰ ਇੱਕ ਚੀਜ਼ ਨਾਲ, ਜਿੱਥੋਂ ਤੱਕ ਸਾਡੀ ਆਪਣੀ ਐਕਟੀਵਿਟੀ, ਸਾਡੀ ਆਪਣੀ ਕਾਰਗੁਜ਼ਾਰੀ ਹੋਏਗੀ, ਸਾਂਝ ਤੇ ਬਣਾਏਗੀ। ਪਰ ਗੁਰੂ ਪਾਤਸ਼ਾਹ ਨੇ ਵੇਖੋ ਕਿੱਡੀ ਵੱਡੀ ਮਹਾਨ ਗੱਲ ਆਖੀ ਹੈ। ਹਜ਼ੂਰ ਨੇ ਆਖਿਆ ਅਸੀਂ ਇਹਨਾਂ ਗਿਆਨ ਇੰਦਰੀਆਂ ਨੂੰ ਬੰਨ ਕੇ ਨਹੀਂ ਰੱਖ ਸਕਦੇ ਹਾਂ, ਬਲਕਿ ਇਹਨਾਂ ਦੇ ਉੱਤੇ ਸੰਜਮ ਦਾ ਪਹਿਰਾ ਲਾਇਆ ਜਾ ਸਕਦਾ, ਇਹਨਾਂ ਦਾ ਬੰਦੇਜ਼ ਰੱਖਿਆ ਜਾ ਸਕਦਾ। ਉਹ ਬੰਦੇਜ਼, ਉਹ ਸੰਜਮ ਕੀ ਹੈ ਵੀ ਅਸੀਂ ਵਿਕਾਰਾਂ, ਮਾੜੇ ਪਾਸੇ ਵੱਲ ਆਪਣੇ ਗਿਆਨ ਇੰਦਰੀਆਂ ਨੂੰ ਨਹੀਂ ਜਾਣ ਦੇਣਾ, ਆਪਣੀ ਬੁੱਧ ਨੂੰ, ਆਪਣੀ ਸੁਰਤ ਨੂੰ ਭਟਕਣ ਨਹੀਂ ਦੇਣਾ, ਮੈਲੀ ਨਹੀਂ ਹੋਣ ਦੇਣਾ। ਜਿਸ ਤਰ੍ਹਾਂ ਸਤਿਗੁਰੂ ਬਾਣੀ ਚ ਕਹਿੰਦੇ ਨੇ, ਪਾਰਤ੍ਰਯ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ
ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਸਤਿਗੁਰੂ ਨੇ ਜ਼ਿਕਰ ਕੀਤਾ ਅਪਰਸ। ਪਰਸ ਦਾ ਅਰਥ ਹੁੰਦਾ ਹੈ ਅਸ਼ੋਰ ਰਹਿਣਾ, ਵਿਕਾਰਾਂ ਤੋਂ ਪਰੇ ਰਹਿਣਾ, ਆਪਣੇ ਕਿਰਦਾਰ ਨੂੰ ਡਿੱਗਣ ਨਹੀਂ ਦੇਣਾ। ਕਿਰਦਾਰ ਦਾ ਡਿੱਗਣਾ ਕੀ ਹੁੰਦਾ? ਜਿਸ ਵੇਲੇ ਮਨੁੱਖ ਦਾ ਨਜ਼ਰੀਆ ਭੈੜਾ ਹੋ ਜਾਏ, ਮਨੁੱਖ ਦੀ ਸੁਣਨ ਸ਼ਕਤੀ ਤੇ ਨਿਰਣੇ ਗਲਤ ਹੋ ਜਾਣ, ਮਨੁੱਖ ਦੀ ਸੁਰਤ ਮੈਲੀ ਹੋ ਜਾਏ ਤੇ ਮੈਲੀ ਸੁਰਤ ਦੇ ਨਾਲ ਬੰਦਾ ਗਲਤ ਸੁਣੇ, ਗਲਤ ਵੇਖੇ, ਗਲਤ ਢੰਗ ਦੇ ਨਾਲ ਬੋਲੇ ਤੇ ਚਸਕੇ ਲਵੇ ਔਰ ਸਪਰਸ਼ ਦੇ ਵਿੱਚ ਉਲਝ ਜਾਏ। ਭਾਵ ਗਿਆਨ ਇੰਦਰੇ ਜਿਹੜੇ ਨੇ ਉਹ ਫਿਰ ਕਿਸੇ ਹੋਛੇ ਜੇ ਸੁਖ, ਰਸ ਤੇ ਸਵਾਦ ਦੇ ਵਿੱਚ ਐਸੀ ਉਲਝ ਜਾਣ, ਕਿਰਦਾਰ ਜਿਹੜਾ ਉਹ ਔਗਣਾ ਦੇ ਨਾਲ ਭਰਦਾ ਜਾਏ, ਬਦਕਾਰ ਹੁੰਦਾ ਜਾਏ, ਮੰਦੇ ਪਾਸੇ ਵੱਲ ਤੁਰ ਪਵੇ। ਇਹ ਹੈ ਵਿਕਾਰਾਂ ਦਾ ਸ਼ਿਕਾਰ ਹੋਣਾ। ਗੁਰੂ ਦਾਤੇ ਨੇ ਆਖਿਆ ਹੈ ਜਤ ਰੱਖਣਾ। ਜਤ ਦਾ ਅਰਥ ਹੈ ਆਪਣੇ ਇੰਦਰੀਆਂ ਨੂੰ ਵਿਕਾਰਾਂ ਵਿੱਚ ਪੈਣ ਤੋਂ ਬਚਾ ਲੈਣਾ। ਇਸ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਤ ਪਹਾਰਾ। ਇਹ ਹੈ ਪਹਾਰਾ, ਇਹ ਹੈ ਦੁਕਾਨ, ਇਹ ਹੈ ਉਹ ਟਕਸਾਲ। ਜੇ ਅਸੀਂ ਆਪਣੇ ਗਿਆਨ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕ ਲਿਆ, ਸੰਜਮ ਰੱਖ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਇਹਨਾਂ ਤੇ ਸੰਜਮ ਦਾ ਕਰੜਾ ਪਹਿਰਾ ਲਾ ਦਿੱਤਾ ਹੈ, ਇਹ ਮਨ ਨੂੰ ਇੱਕ ਟਕਸਾਲ ਬਣ ਗਈ ਸਾਡੀ, ਜਿਸ ਵਿੱਚ ਹੁਣ ਜੀਵਨ ਘੜਿਆ ਜਾਏ। ਕਿਉਂਕਿ ਜੇ ਮਨੁੱਖ ਆਖੇ ਵੀ ਮੈਂ ਆਪਣੀ ਰਸਨਾ ਤੋਂ ਰੱਬ ਰੱਬ ਵੀ ਕਹਿ ਲਵਾਂ, ਘੰਟਿਆਂ ਬੱਧੀ ਧਰਮ ਸਥਾਨ ਤੇ ਵੀ ਬੈਠਾ ਰਹਾਂ, ਆਪਣੀਆਂ ਅੱਖਾਂ ਦੇ ਨਾਲ ਸਤ ਸੰਗਤ ਦੇ ਦਰਸ਼ਨ ਵੀ ਕਰ ਲਵਾਂ, ਪਰ ਨਾਲ ਨਾਲ ਆਪਣੇ ਚਸਕੇ ਵੀ ਪੂਰੇ ਕਰਦਾ ਰਹਾ, ਨਸ਼ੇ ਦਾ ਸੇਵਨ ਵੀ ਕਰ ਲਿਆ, ਨਿੰਦਾ ਗਾਲੀ ਗਲੋਚ ਵੀ ਸੁਣ ਲਈ, ਮੰਦੀਆਂ ਗੱਲਾਂ ਵੀ, ਵਾਸ਼ਨਾਵਾਂ ਦੀਆਂ ਗੱਲਾਂ ਵੀ ਸੁਣ ਲਈਆਂ, ਮਾੜਾ ਨਜ਼ਰੀਆ ਰੱਖ ਕੇ ਵੀ ਲੋਕਾਂ ਨੂੰ ਵੇਖ ਲਿਆ, ਝੂਠ ਵੀ ਬੋਲ ਲਿਆ। ਜੇ ਮੈਂ ਆਪਣੇ ਇਹਨਾਂ ਸਰੀਰ ਦੇ ਇਹਨਾਂ ਪੰਜਾਂ ਹੀ ਗਿਆਨ ਇੰਦਰੀਆਂ ਦੇ ਨਾਲ ਵਿਕਾਰ ਵੀ ਭੋਗ ਰਿਹਾ ਹਾਂ ਤੇ ਨਾਲ ਨਾਲ ਥੋੜਾ ਬਹੁਤ ਮੈਂ ਧਰਮ ਕਰਮ ਵੀ ਕਰ ਰਿਹਾ ਹਾਂ, ਤੇ ਜੇ ਮੈਂ ਸੋਚਾਂ ਵੀ ਇਹੋ ਜਿਹੇ ਮਾਹੌਲ ਦੇ ਵਿੱਚ ਮੇਰਾ ਕਿਰਦਾਰ ਚੰਗਾ ਉਗੜ ਕੇ ਸਾਹਮਣੇ ਆਏਗਾ, ਨਹੀਂ ਆਏਗਾ। ਕਿਉਂਕਿ ਸਾਡਾ ਆਪਣਾ ਜਿਹੜਾ ਸਰੀਰ ਹੈ, ਸਾਡਾ ਆਪਣਾ ਜਿਹੜਾ ਜੀਵਨ ਹੈ, ਉਹ ਭਟਕਣਾ ਦੇ ਵਿੱਚ ਪਿਆ। ਸਾਡੇ ਗਿਆਨ ਇੰਦਰੀ ਚਸਕਿਆਂ ਵਿੱਚ ਉਲਝੇ ਹੋਏ ਨੇ, ਰਸਾਂ ਕਸਾਂ ਵਿੱਚ ਪਏ ਹੋਏ ਨੇ, ਵਿਕਾਰਾਂ ਨੂੰ ਭੋਗ ਰਹੇ ਨੇ। ਹਰੀ ਅੰਗੂਰੀ ਗਧਾ ਚਰੈ, ਨਿਤ ਉੱਠ ਹਾਸੈ, ਹੀਂਗੈ ਮਰੈ। ਮਨ ਦੀ ਅਵਸਥਾ ਜਿੱਥੇ ਐਸੀ ਬਣੀ ਹੋਈ ਹੈ, ਉੱਥੇ ਮਹਾਰਾਜ ਕਹਿੰਦੇ ਚੰਗਾ ਕਿਰਦਾਰ ਕਿਵੇਂ ਉਤਪੰਨ ਹੋ ਸਕਦਾ ਹੈ, ਚੰਗੀ ਰਹਿਣੀ ਉੱਥੋਂ ਕਿਵੇਂ ਪੈਦਾ ਹੋ ਸਕਦੀ ਹੈ, ਚੰਗਾ ਜੀਵਨ ਉੱਥੇ ਕਿਵੇਂ ਘੜਿਆ ਜਾ ਸਕਦਾ ਹੈ। ਤੂੰ ਕਿੱਥੇ ਘੜਿਆ ਜਾਏਗਾ? ਜਿੱਥੇ ਮਨੁੱਖ ਆਪਣੇ ਸਰੀਰ ਦੀਆਂ ਸ਼ਕਤੀਆਂ ਨੂੰ ਸਹੀ ਪਾਸੇ ਵੱਲ ਲਾਉਂਦਾ ਹੈ, ਇਸਤੇਮਾਲ ਕਰਦਾ ਹੈ, ਵਰਤੋਂ ਕਰਦਾ ਹੈ। ਕੁਦਰਤ ਨੇ ਜੋ ਸਾਡੇ ਸਰੀਰ ਨੂੰ ਸ਼ਕਤੀਆਂ ਦਿੱਤੀਆਂ ਨੇ, ਜੇ ਮਨੁੱਖ ਉਹਨਾਂ ਦੀ ਚੰਗੇ ਪਾਸੇ ਵੱਲ ਵਰਤੋਂ ਕਰ ਲਵੇ, ਇਹ ਸਰੀਰ ਹੀ ਧਰਮ ਬਣ ਜਾਂਦਾ ਹੈ। ਜੇ ਇਸ ਸਰੀਰ ਦੀ ਸ਼ਕਤੀ ਦੀ ਮਨੁੱਖ ਗਲਤ ਪਾਸੇ ਵੱਲ ਵਰਤੋਂ ਕਰਦਾ ਹੈ, ਦੁਰਵਰਤੋਂ ਕਰਦਾ ਹੈ, ਮੰਦੇ ਪਾਸੇ ਵੱਲ ਇਸ ਨੂੰ ਲਾਉਂਦਾ ਹੈ, ਤੇ ਇਹ ਅਧਰਮ ਹੋ ਜਾਂਦਾ ਹੈ। ਕੋਈ ਮਨੁੱਖ ਜਨਮ ਸਿੱਧ ਨਾ ਪਾਪੀ ਹੈ, ਨਾ ਪੁੰਨੀ ਹੈ, ਨਾ ਭਗਤ ਹੈ, ਨਾ ਬਦਕਾਰ ਹੈ। ਸਾਡੇ ਸਰੀਰ ਦੀ ਜੋ ਕੁਦਰਤ ਨੇ ਸਾਨੂੰ ਸ਼ਕਤੀਆਂ ਦਿੱਤੀਆਂ ਨੇ, ਸੋਚਣ ਸ਼ਕਤੀ, ਨਿਰਣਾ ਸ਼ਕਤੀ, ਸਾਡੀ ਸੁਰਤ ਹੈ, ਸਾਡੀ ਮਤ ਹੈ, ਸਾਡੀ ਬੁੱਧ ਹੈ, ਸਾਡੇ ਸਰੀਰ ਦੀਆਂ ਸ਼ਕਤੀਆਂ ਨੇ, ਸਾਡੀਆਂ ਭਾਵਨਾਵਾਂ ਨੇ, ਸਾਡੇ ਜਜ਼ਬਾਤ ਨੇ, ਸਾਡੇ ਵਲਵਲੇ ਨੇ। ਬਸ ਇਹਨਾਂ ਚੀਜ਼ਾਂ ਨੂੰ ਜਿਹੜਾ ਮਨੁੱਖ ਸੇਧ ਵਿੱਚ ਰੱਖ ਲਵੇ, ਮਰਿਆਦਾ ਵਿੱਚ ਰੱਖ ਲਵੇ, ਚੰਗੇ ਢੰਗ ਨਾਲ ਜੀ ਲਵੇ, ਇਨਸਾਨੀ ਫਰਜ਼ ਪੂਰੇ ਕਰ ਲਵੇ, ਉਹ ਗੁਰਮੁਖ ਹੋ ਜਾਂਦਾ ਹੈ, ਉਹ ਭਗਤ ਹੋ ਜਾਂਦਾ ਹੈ, ਉਹ ਕਾਦਰ ਦੇ ਨੇੜੇ ਮੰਨਿਆ ਜਾਂਦਾ ਹੈ। ਜਿਹੜਾ ਮਨੁੱਖ ਬੇਮਰਿਆਦਾ, ਬੇਸੰਜਮਾ, ਉਲਝਿਆ ਹੋਇਆ, ਗਲਤ ਪਾਸੇ ਵੱਲ ਵਾਸ਼ਨਾਵਾਂ ਦੇ ਵੇਗ ਵਿੱਚ ਇਹਨਾਂ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਕੁਦਰਤ ਦੀਆਂ ਬਖਸ਼ਿਸ਼ਾਂ ਨੂੰ ਅਜਾਈਂ ਗਵਾ ਲੈਂਦਾ ਹੈ, ਉਸ ਨੂੰ ਮਨਮੁਖ ਆਖਿਆ ਗਿਆ, ਉਸ ਨੂੰ ਪਾਪੀ ਆਖਿਆ ਗਿਆ। ਗੱਲ ਤੇ ਕੇਵਲ ਸਤਿਗੁਰੂ ਨੇ ਕਿਰਦਾਰ ਦੇ ਆਧਾਰ ਉੱਤੇ ਨਿਰਣਾ ਕਰਕੇ ਸਾਡੇ ਸਾਹਮਣੇ ਰੱਖੀ ਹੈ। ਇਸ ਕਰਕੇ ਗੁਰੂ ਦਾਤੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਜਿੱਥੇ ਅਸੀਂ ਗਿਆਨ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕ ਲਿਆ, ਉੱਥੇ ਸਤਿਗੁਰੂ ਨੇ ਕਿਹਾ ਵੀ ਇਹ ਹੈ ਜਤ ਵਾਲਾ, ਔਰ ਐਸਾ ਜਤ ਧਾਰਨ ਕਰ ਲਿਆ ਹੈ ਜਿਸ ਨੇ, ਸਮਝੋ ਉਹਦੇ ਕੋਲ ਟਕਸਾਲ ਬਣ ਗਈ ਹੈ, ਜਿੱਥੇ ਹੁਣ ਚੰਗਾ ਕਿਰਦਾਰ ਪੈਦਾ ਹੋਏਗਾ। ਜਿਹੜੀਆਂ ਅੱਖਾਂ ਮਾੜਾ ਨਹੀਂ ਵੇਖਦੀਆਂ, ਮੇਰ ਤੇਰ ਨਹੀਂ ਵੇਖਦੀਆਂ, ਸੁਭਾਵਕ ਕਿ ਉਹਨਾਂ 'ਚ ਗੁਣ ਆ ਗਿਆ। ਜਿਹੜੇ ਕੰਨ ਨਿੰਦਾ ਚੁਗਲੀ ਇਤਿਆਦਿਕ ਮੰਦੀਆਂ ਗੱਲਾਂ ਸੁਣਨ ਦੇ ਚਸਕੇ ਵਿੱਚ ਨਹੀਂ ਪਏ ਹੋਏ, ਉੱਥੇ ਆਸ ਰੱਖੀ ਜਾ ਸਕਦੀ ਕੁਝ ਚੰਗਾ ਕਰੇਗਾ ਇਨਸਾਨ। ਜਿੱਥੇ ਮਨੁੱਖ ਜ਼ਬਾਨ ਦੇ ਹੋਸ਼ੇ ਚਸਕਿਆਂ ਨੂੰ, ਝੂਠ ਨੂੰ, ਗਲਤ ਗੱਲਾਂ ਨੂੰ ਤਿਆਗ ਕੇ ਇਸ ਚਸਕੇ ਤੇ ਵਿਕਾਰ ਤੋਂ ਬਚ ਜਾਏ, ਉੱਥੇ ਆਸ ਕੀਤੀ ਜਾ ਸਕਦੀ ਵੀ ਇਸ ਮਨੁੱਖ ਦੇ ਜੀਵਨ ਅੰਦਰੋਂ ਕੁਝ ਚੰਗਾ ਹੀ ਹੋਏਗਾ। ਇਹਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ, ਵਿਸ਼ਵਾਸ ਕੀਤਾ ਜਾ ਸਕਦਾ ਹੈ। ਮੈਂ ਇੱਕ ਜਗ੍ਹਾ ਦੇ ਉੱਤੇ ਇੱਕ ਲਿਖਤ ਪੜ੍ਹ ਰਿਹਾ ਸਾਂ, ਇੱਕ ਲੇਖਕ ਦੀ ਉਸਨੇ ਬੜੀ ਪਿਆਰੀ ਗੱਲ ਲਿਖੀ ਹੈ। ਗੱਲ ਉਸਨੇ ਲਿਖੀ, ਉੱਪਰ ਉਹਦਾ ਹੈਡਿੰਗ ਲਿਖਿਆ ਹੋਇਆ ਸੀ, ਜਿਹੜਾ ਸਿਰਲੇਖ ਲਿਖਿਆ ਹੋਇਆ ਸੀ ਉਹ ਸੀ ਭਰੋਸਾ। ਉਹਨੇ ਬੜੀ ਹਟ ਕੇ ਜੇ ਗੱਲ ਕੀਤੀ, ਜਿਹੜੀਆਂ ਗੱਲਾਂ ਅਸੀਂ ਅਕਸਰ ਕਰਦੇ ਨਹੀਂ ਆ ਜਾਂ ਸੋਚਦੇ ਨਹੀਂ ਆ, ਜੋ ਦੁਹਰਾਉਣ ਦੀ ਕੋਸ਼ਿਸ਼ ਨਹੀਂ ਕਰਦੇ ਆ। ਦੋ ਮਿੱਤਰ ਸਨ ਔਰ ਉਹ
ਉਹ ਮਿੱਤਰ ਜਦੋਂ ਇਕੱਠੇ ਬੈਠਦੇ, ਇੱਕ ਮਿੱਤਰ ਜਿਹੜਾ ਸੀ ਉਹ ਖਾਸ ਤੌਰ ਤੇ ਦੂਸਰਿਆਂ ਵੱਲ ਵੇਖਦਾ ਤੇ ਉਹਨਾਂ ਨੂੰ ਵੇਖ ਕੇ ਕੋਈ ਨਾ ਕੋਈ ਮਾੜਾ ਵਿਅੰਗ ਕਰਦਾ, ਦੂਸਰੇ ਵੱਲ ਵੇਖ ਕੇ ਮਾੜਾ ਵਿਅੰਗ ਕਰਦਾ। ਦੂਸਰਾ ਮਿੱਤਰ ਉਹਨੂੰ ਰੋਕਦਾ, ਉਹਨੂੰ ਆਖਦਾ, ਦੇਖ ਤੂੰ ਮੇਰਾ ਮਿੱਤਰ ਹੈ ਪਰ ਇਹ ਗੱਲ ਠੀਕ ਨਹੀਂ ਹੈ। ਕਿਸੇ ਨੂੰ ਇਸ ਨਜ਼ਰੀਏ ਨਾਲ ਵੇਖਣਾ, ਕਿਸੇ ਨੂੰ ਇਸ ਰੂਪ ਵਿੱਚ ਵੇਖਣਾ ਤੇ ਫਿਰ ਉਹਦੇ ਬਾਰੇ ਇਸ ਤਰ੍ਹਾਂ ਦੀ ਗੱਲ ਕਰਨੀ ਤੇ ਫਿਰ ਉਹੋ ਜੀ ਗੱਲ ਸੁਣਨ ਵਾਸਤੇ ਆਪਣੇ ਕੰਨਾਂ ਦੇ ਨਾਲ ਤਿਆਰੀ ਕਰਨੀ ਵੀ ਅੱਗੋਂ ਵੀ ਮੈਨੂੰ ਕੋਈ ਇਹੋ ਜੀ ਗੱਲ ਸੁਣਾਏ, ਇਹ ਗਲਤ ਗੱਲ। ਇਹਦੇ ਨਾਲ ਕਿਰਦਾਰ ਨੀਵਾਂ ਵੀ ਹੁੰਦਾ ਹੈ ਤੇ ਭਰੋਸਾ ਵੀ ਗਵਾਚਦਾ ਹੈ। ਇਸ ਤਰ੍ਹਾਂ ਕਾਫੀ ਦੇਰ ਚੱਲਦਾ ਰਿਹਾ। ਉਹ ਮਿੱਤਰ ਉਸ ਦੂਸਰੇ ਮਿੱਤਰ ਨੂੰ, ਜਿਹੜਾ ਮਿੱਤਰ ਬਹੁਤ ਗਲਤ ਗੱਲਾਂ ਸੋਚਦਾ ਹੈ, ਬੋਲਦਾ ਹੈ, ਸੁਣਨਾ ਚਾਹੁੰਦਾ ਹੈ ਤੇ ਵੇਖਦਾ ਹੈ, ਉਸ ਮਿੱਤਰ ਨੂੰ ਕਦੇ ਵੀ ਆਪਣੇ ਘਰ ਨਹੀਂ ਲੈ ਕੇ ਜਾਂਦਾ। ਉਹ ਗਲਤ ਗੱਲ ਕਰਨ ਵਾਲੇ, ਗਲਤ ਨਜ਼ਰੀਏ ਨਾਲ ਵੇਖਣ ਵਾਲੇ ਮਿੱਤਰ ਨੇ ਇੱਕ ਦਿਨ ਆਖਿਆ ਵੀ ਭਰਾਵਾ, ਆਪਾਂ ਰੋਜ਼ ਇਕੱਠੇ ਬੈਠਦੇ ਆਂ, ਮੈਂ ਤੈਨੂੰ ਆਪਣੇ ਘਰ ਲੈ ਕੇ ਜਾਂਦਾ ਹਾਂ, ਤੂੰ ਕਦੇ ਮੈਨੂੰ ਆਪਣੇ ਘਰ ਨਹੀਂ ਲੈ ਕੇ ਗਿਆ। ਤਾਂ ਉਸ ਮਿੱਤਰ ਨੇ ਬੜੀ ਹੀ ਉਦਾਸੀ ਜਿਹੀ ਦੇ ਵਿੱਚ ਆਖਿਆ, ਕਾਸ਼ ਤੂੰ ਇਸ ਯੋਗ ਹੁੰਦਾ, ਮੈਂ ਤੇਰੇ ਤੇ ਇੰਨਾ ਭਰੋਸਾ ਕਰ ਪਾਉਂਦਾ, ਮੈਂ ਤੈਨੂੰ ਆਪਣੇ ਘਰ ਲੈ ਕੇ ਜਾਂਦਾ। ਦੂਸਰੇ ਮਿੱਤਰ ਨੇ ਆਖਿਆ, ਕਿਉਂ, ਆਪਾਂ ਇੰਨੇ ਗੂੜੇ ਮਿੱਤਰ ਆ, ਫਿਰ ਵੀ ਤੈਨੂੰ ਮੇਰੇ ਤੇ ਭਰੋਸਾ ਨਹੀਂ? ਜੇ ਭਰੋਸਾ ਨਹੀਂ ਤੇ ਮਿੱਤਰਤਾ ਕਾਹਦੀ ਏ? ਤਾਂ ਉਹ ਜਿਹੜਾ ਚੰਗੀ ਸਲਾਹ ਦੇਣ ਵਾਲਾ ਮਿੱਤਰ ਹੈ ਕਹਿਣ ਲੱਗਿਆ, ਗੱਲ ਇਹ ਹੈ, ਤੂੰ ਮੇਰੇ ਤੇ ਭਰੋਸਾ ਕਰ ਸਕਦਾ ਹੈ ਕਿਉਂਕਿ ਮੈਂ ਅੱਜ ਤੱਕ ਕੋਈ ਐਸੀ ਗੱਲ ਕੀਤੀ, ਇਸ ਨਜ਼ਰੀਏ ਨਾਲ ਵੇਖਿਆ ਜਾਂ ਐਸੀ ਸੋਚੀ ਨਹੀਂ, ਮੈਂ ਸਗੋਂ ਤੈਨੂੰ ਰੋਕਿਆ ਮਾੜੀਆਂ ਹਰਕਤਾਂ ਕਰਨ ਤੋਂ, ਪਰ ਮੇਰਾ ਮਨ ਨਹੀਂ ਮੰਨ ਰਿਹਾ ਵੀ ਮੈਂ ਤੈਨੂੰ ਆਪਣੇ ਘਰ ਲੈ ਕੇ ਜਾਵਾਂ ਜਾਂ ਕਿਸੇ ਐਸੀ ਸੁਸਾਇਟੀ ਸਭਾ ਦੇ ਇਜਲਾਸ ਵਿੱਚ, ਸਭਾ ਦੇ ਵਿੱਚ ਜਿੱਥੇ ਲੋਕਾਂ ਦੀ ਗਿਣਤੀ, ਮੇਰੇ ਮਿੱਤਰ ਸਨੇਹੀਆਂ ਰਿਸ਼ਤੇਦਾਰਾਂ ਦੀ ਗਿਣਤੀ, ਮੇਰੇ ਜਾਣ ਪਛਾਣ ਵਾਲਿਆਂ ਦੀ ਗਿਣਤੀ ਜੁੜੀ ਹੋਈ ਏ, ਮੈਂ ਤੈਨੂੰ ਉੱਥੇ ਲੈ ਜਾਵਾਂ। ਸੱਚ ਪੁੱਛੇ, ਆਪਾਂ ਇਕੱਠੇ ਤਾਂ ਰਹਿੰਦੇ ਆਂ, ਮੈਂ ਚਾਹੁੰਦਾ ਤੂੰ ਮੇਰਾ ਮਿੱਤਰ ਏ, ਮੈਂ ਤੇਰੇ ਤੇ ਭਰੋਸਾ ਕਰਾਂ, ਪਰ ਤੇਰੀਆਂ ਕੁਝ ਹਰਕਤਾਂ ਮੈਨੂੰ ਤੇਰੇ ਤੇ ਭਰੋਸਾ ਕਰਨ ਤੋਂ ਰੋਕ ਦਿੰਦੀਆਂ ਨੇ। ਮੇਰੇ ਹਰ ਵੇਲੇ ਤੈਨੂੰ ਟੋਕਦੇ ਰਹਿਣ ਦੇ ਬਾਵਜੂਦ ਵੀ ਤੇਰਾ ਨਜ਼ਰੀਆ ਚੰਗਾ ਨਹੀਂ, ਤੂੰ ਹਰ ਇੱਕ ਨੂੰ ਮੈਲੀ ਨਜ਼ਰ ਨਾਲ ਵੇਖਦਾ ਹੈ, ਮਾੜੇ ਵਿਅੰਗ ਕਰਦਾ ਹੈ, ਉਹੋ ਜੀਆਂ ਗੱਲਾਂ ਸੁਣਨ ਵਾਸਤੇ ਤੂੰ ਤਿਆਰ ਰਹਿਣਾ, ਮੇਰੀਆਂ ਗੱਲਾਂ ਦਾ ਵੀ ਤੂੰ ਕਈ ਵਾਰ ਬੁਰਾ ਮਨਾਉਂਦਾ। ਮੈਂ ਕਈ ਵਾਰ ਸੋਚਦਾ, ਅਗਰ ਤੂੰ ਮੇਰੇ ਕੋਲ ਬੈਠਾ ਹੋਇਆ ਇਹ ਸਾਰਾ ਕੁਝ ਕਰਦਾ ਹੈ, ਤੈਨੂੰ ਝਿਜਕ ਨਹੀਂ ਆਉਂਦੀ, ਤਾਂ ਤੂੰ ਮੇਰੇ ਰਿਸ਼ਤੇਦਾਰ, ਮੇਰੇ ਪਰਿਵਾਰ, ਮੇਰੇ ਸੰਬੰਧੀ, ਮੇਰੇ ਜਾਣ ਪਛਾਣ ਵਾਲੇ, ਮੇਰੇ ਬਾਕੀ ਮਿੱਤਰਾਂ ਦੀ ਸਭਾ ਵਿੱਚ ਅਗਰ ਬੈਠੇਗਾ ਤਾਂ ਉੱਥੇ ਤਾਂ ਤੈਨੂੰ ਹੋਰ ਖੁੱਲ੍ਹ ਮਿਲ ਜਾਏਗੀ, ਕਿਉਂਕਿ ਉਹਨਾਂ ਨਾਲ ਮੇਰੇ ਨਾਲੋਂ ਤੇਰੀ ਜਾਣ ਪਛਾਣ ਥੋੜੀ ਘੱਟ ਹੋਏਗੀ। ਇਸ ਕਰਕੇ ਮੈਂ ਸੋਚਦਾ ਤੂੰ ਕਿਧਰੇ ਕੋਈ ਗਲਤ ਹਰਕਤ ਕਰੇਗਾ, ਮਾੜਾ ਕਿਰਦਾਰ ਤੂੰ ਹੰਢਾ ਰਿਹਾ ਹੈ, ਜਦੋਂ ਤੇਰੇ 'ਚ ਇਹ ਸਾਰੀਆਂ ਗੱਲਾਂ ਆ ਗਈਆਂ ਨੇ ਤਾਂ ਮੈਨੂੰ ਇਹ ਆਸ ਨਹੀਂ ਵੀ ਤੇਰੇ 'ਚੋਂ ਕੁਝ ਚੰਗਾ ਨਿਕਲੇ, ਕੋਈ ਚੰਗੇ ਵਿਹਾਰ ਦੀ ਮੈਂ ਤੇਥੋਂ ਆਸ ਰੱਖਾਂ। ਜਿੰਨਾ ਚਿਰ ਸਹੀ ਨਹੀਂ ਹੁੰਦਾ ਉਹਨਾਂ ਚਿਰ ਗੱਲ ਅੱਗੇ ਤੁਰ ਨਹੀਂ ਸਕਦੀ। ਬਹੁਤ ਲੰਬੀ ਸਾਰੀ ਲੇਖਣੀ ਦੇ ਵਿੱਚੋਂ ਮੈਂ ਕੇਵਲ ਇੰਨੀ ਕੁ ਗੱਲ ਤੁਹਾਡੇ ਨਾਲ ਸਾਂਝੀ ਇਸ ਕਰਕੇ ਕੀਤੀ ਹੈ, ਚੰਗੇ ਕਿਰਦਾਰ ਦੇ ਵਿੱਚੋਂ ਹੀ ਕੋਈ ਚੰਗੀ ਆਸ ਪੈਦਾ ਕੀਤੀ ਜਾ ਸਕਦੀ ਹੈ ਵੀ ਇੱਥੇ ਕੁਝ ਆਸ ਹੈ, ਇੱਥੇ ਕੁਝ ਚੰਗਿਆਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹਨਾਂ ਪੂਰਬਲੇ ਸਿੰਘਾਂ ਬਾਬਤ ਅਸੀਂ ਇਤਿਹਾਸ ਦੇ ਪੰਨਿਆਂ ਦੇ ਉੱਤੋਂ ਇਹ ਗੱਲ ਪੜ੍ਹਦੇ ਹਾਂ। ਟੋਟਕਾ ਬੜਾ ਛੋਟਾ ਜਿਹਾ, ਆਏ ਨੇ ਨਿਹੰਗ ਬੂਹੇ ਖੋਲ ਦਿਓ ਨਿਸੰਗ। ਨਿਸੰਗ ਦਾ ਅਰਥ ਹੁੰਦਾ ਵੀ ਝਿਜਕ ਤੋਂ ਬਿਨਾ ਬੇਝਿਜਕ ਹੋ ਕੇ ਆਪਣੇ ਦਰਵਾਜ਼ੇ ਖੁੱਲੇ ਰੱਖੋ, ਕਿਉਂਕਿ ਗੁਰੂ ਕੇ ਖਾਲਸੇ ਆਏ ਨੇ। ਉਹ ਖਾਲਸੇ ਕਿਹੋ ਜਿਹੇ ਸਨ? ਤਨ ਦੇ ਕੱਪੜੇ ਵੀ ਫਟੇ ਪੁਰਾਣੇ, ਖੁੰਡੇ ਜਿਹੇ ਹਥਿਆਰ, ਮੁਸੀਬਤਾਂ ਦੇ ਮਾਰੇ ਹੋਏ, ਭੁੱਖ ਦੁੱਖ ਵਿਪਦਾਵਾਂ ਜਿਨ੍ਹਾਂ ਦੇ ਪਿੱਛੇ ਪਈਆਂ ਹੋਈਆਂ ਨੇ, ਬੇਘਰੇ ਹੋ ਚੁੱਕੇ ਨੇ, ਜੰਗਲਾਂ ਦਾ ਵਾਸ ਹੈ, ਰੁੱਖਾਂ ਦੇ ਪੱਤੇ ਭਰੂ ਕੇ ਇਤਿਆਦਿਕ ਇਹਨਾਂ ਚੀਜ਼ਾਂ ਦੇ ਨਾਲ ਗੁਜ਼ਾਰਾ ਹੋ ਰਿਹਾ। ਬੜੀ ਲੰਮੀ ਲੜਾਈ ਦੇ ਵਿੱਚ ਉਹ ਉਲਝੇ ਹੋਏ ਨੇ। ਲੜਾਈ ਕਿਹਦੇ ਨਾਲ? ਸਮੇਂ ਦੀ ਸਭ ਤੋਂ ਤਾਕਤਵਰ ਸਰਕਾਰ ਦੇ ਨਾਲ। ਸਰਕਾਰ ਨੇ ਸਿਰਾਂ ਦੇ ਇਨਾਮ ਰੱਖੇ ਹੋਏ ਨੇ। ਲੜਾਈਆਂ, ਕਤਲੋਗਾਰਤਾਂ, ਸ਼ਹੀਦੀਆਂ, ਘੱਲੂਘਾਰਿਆਂ, ਇਸ ਦੌਰ ਦੇ ਵਿੱਚੋਂ ਨਿਕਲਦੇ ਹੋਏ ਉਹ ਸਿੱਖ ਜਿਹੜੇ ਨੇ ਕਿਧਰੇ ਵੀ ਉਹ ਜੰਗਲਾਂ, ਮਾਰੂਥਲਾਂ, ਪਹਾੜਾਂ ਦੀਆਂ ਕੰਧਰਾਂ ਤੇ ਗੁਫਾਵਾਂ ਤੋਂ ਬਾਹਰ ਆ ਕੇ, ਦਰਿਆਵਾਂ ਦੇ ਝੱਲਾਂ ਚੋਂ ਬਾਹਰ ਆ ਕੇ ਕਿਧਰੇ ਕਿਸੇ ਪਿੰਡ ਵਿੱਚ ਆਉਂਦੇ, ਕਿਸੇ ਸ਼ਹਿਰ ਵਿੱਚ ਆਉਂਦੇ ਤਾਂ ਲੋਕ ਉਹਨਾਂ ਦੀ ਸੇਵਾ ਕਰਨਾ ਧੰਨ ਭਾਗ ਵੀ ਸਮਝਦੇ। ਚੰਗੇ ਲੋਕ ਆਪਣੇ ਦਰਵਾਜ਼ੇ ਖੋਲ ਦਿੰਦੇ ਔਰ ਕਹਿੰਦੇ, ਆਏ ਨੇ ਨਿਹੰਗ ਬੂਹੇ ਖੋਲ ਦਿਓ ਨਿਸੰਗ। ਮੈਂ ਕਦੇ ਇਸ ਮੁਹਾਵਰੇ ਦੇ ਪਿਛੋਕੜ ਵਿੱਚ ਜਿਸ ਵੇਲੇ ਸੋਚਦਾ ਤੇ ਹੈਰਾਨ ਹੁੰਨਾ, ਕਮਾਲ ਦੀ ਗੱਲ ਹੈ, ਜਿਨ੍ਹਾਂ ਲੋਕਾਂ ਦੀ ਜ਼ਾਲਮ ਸਰਕਾਰ ਨਾਲ ਇੰਨੀ ਖੂੰਖਾਰ ਤੇ ਭਿਅੰਕਰ ਟੱਕਰ ਚੱਲ ਰਹੀ ਹੋਵੇ, ਸਰਕਾਰ ਜਿੱਥੇ ਤਨ ਕਰਕੇ ਮਾਰਦੀ ਏ ਉੱਥੇ ਕਿਰਦਾਰ ਕੁਸ਼ੀ ਵੀ ਕਰਦੀ। ਕਿਰਦਾਰ ਕੁਸ਼ੀ ਦਾ ਮਤਲਬ ਹੁੰਦਾ ਹੈ ਬਾਗੀਆਂ ਨੂੰ ਬਦਨਾਮ ਕਰਨਾ। ਇਹ ਸਰਕਾਰ ਕੋਲ ਬਹੁਤ ਵੱਡਾ ਹਥਿਆਰ ਹੁੰਦਾ ਹੈ। ਤਾਂ ਸਰਕਾਰ ਨੇ ਬਦਨਾਮ ਕੀਤਾ ਹੋਏਗਾ, ਇਹ ਲੁਟੇਰੇ ਨੇ, ਇਹ ਚੋਰ ਨੇ, ਇਹ ਬੜਾ ਕੁਝ ਹੈ, ਪਰ ਲੋਕ ਉਹਨਾਂ ਦੇ ਉੱਤੇ ਭਰੋਸਾ ਕਰਦੇ ਨੇ। ਕਿਉਂ ਕਰਦੇ ਨੇ? ਆਪਣੇ ਦਰਵਾਜ਼ੇ ਖੋਲ ਕੇ ਆਖਦੇ ਨੇ, ਆਏ ਨੇ ਨਿਹੰਗ ਬੂਹੇ ਖੋਲ ਦਿਓ ਨਿਸੰਗ। ਕਾਰਨ? ਕਿਉਂਕਿ ਲੋਕਾਂ ਵੇਖਿਆ ਇਹਨਾਂ ਦਾ ਧਰਮ ਇਹਨਾਂ ਨੂੰ ਇਹ ਸਿਖਾਉਂਦਾ ਹੈ, ਪਰ ਤ੍ਰੈ ਰੂਪ ਨਾ ਪੇਖੈ ਨੇਤਰ। ਇਹਨਾਂ ਦਾ ਧਰਮ ਇਹਨਾਂ ਨੂੰ ਇਹ ਸਿਖਾਉਂਦਾ ਹੈ, ਇਹ ਸ਼ਰਵਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ। ਇਹਨਾਂ ਦਾ ਧਰਮ ਇਹਨਾਂ ਨੂੰ ਇਹ ਗੱਲ ਸਿਖਾਉਂਦਾ ਹੈ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ, ਹਰਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਇਹਨਾਂ ਦਾ ਗੁਰੂ ਇਹਨਾਂ ਨੂੰ ਇਹ ਮੱਤ ਦਿੰਦਾ ਹੈ ਤੇ ਇਹ ਉਸ ਮੁਤਾਬਕ ਆਪਣਾ ਜੀਵਨ ਜਿਉਣ ਵਾਸਤੇ ਤਤਪਰ ਨੇ, ਤਿਆਰ ਨੇ। ਆਪਣੇ ਜੀਵਨ ਨੂੰ ਮੰਦੇ ਕਰਮਾਂ ਦੇ ਵਿੱਚ, ਮਾੜੇ ਕਿਰਦਾਰ ਵਿੱਚ ਨਹੀਂ ਲਿਜਾਣਾ।
ਚੋਰੀ, ਜਾਰੀ, ਠੱਗੀ, ਬੇਈਮਾਨੀ, ਝੂਠ, ਫਰੇਬ, ਰਿਸ਼ਵਤਖੋਰੀ, ਗਰੀਬਾਂ ਦੇ ਉੱਤੇ ਜ਼ੁਲਮ ਕਰਨਾ, ਇਹ ਕਰਮ ਗੁਰੂ ਨੇ ਇਹਨਾਂ ਵਾਸਤੇ ਮਨਾ ਕੀਤੇ ਹੋਏ ਨੇ। ਇਹਨਾਂ ਨੂੰ ਨਖਿੱਧ ਕਰਮ ਆਖਿਆ। ਜਿਹੜਾ ਸਿੱਖ ਐਸੇ ਕਰਮ ਕਰੇਗਾ ਉਹ ਗੁਰੂ ਦੀ ਬਖਸ਼ਿਸ਼, ਖੁਸ਼ੀ ਤੇ ਪਿਆਰ ਤੋਂ ਵਾਂਝਾ ਰਹਿ ਜਾਏ। ਤੋ ਜਿਨ੍ਹਾਂ ਨੂੰ ਸੋਝੀਏ, ਬਿਨਾਂ ਜਾਣੇ ਕਿ ਇਹ ਬੰਦਾ ਕੌਣ ਹੈ, ਕਿੱਥੋਂ ਦਾ ਹੈ, ਬਸ ਇੰਨਾ ਹੀ ਸਮਝਣਾ ਉਹਨਾਂ ਲਈ ਕਾਫੀ ਸੀ, ਭਰੋਸਾ ਕਰਨ ਵਾਸਤੇ ਵੀ ਇਹ ਗੁਰੂ ਦਾ ਸਿੱਖ ਹੈ, ਗੁਰੂ ਕਾ ਖਾਲਸਾ। ਦਰਵਾਜ਼ੇ ਖੁੱਲ ਜਾਂਦੇ ਸਨ, ਸੇਵਾ ਹੁੰਦੀ, ਆਦਰ ਹੁੰਦਾ, ਔਰ ਕਿਹਾ ਜਾਂਦਾ ਧੰਨ ਭਾਗ ਸਾਡੇ, ਤੁਸੀਂ ਸਾਡੇ ਘਰ ਵਿੱਚ ਆਏ ਹੋ। ਕਈ ਵਾਰ ਐਸਾ ਭਰੋਸਾ ਮਨੁੱਖ ਆਪਣੇ ਰਿਸ਼ਤੇਦਾਰ ਉੱਪਰ ਵੀ ਨਹੀਂ ਕਰਦਾ, ਆਪਣੇ ਸਕੇ ਮਿੱਤਰ ਉੱਪਰ ਨਹੀਂ ਕਰਦਾ, ਆਪਣੇ ਕਿਸੇ ਸੰਬੰਧੀ ਉੱਪਰ ਨਹੀਂ ਕਰਦਾ। ਕਿਉਂ? ਕਿਉਂਕਿ ਉਹ ਆਸ ਹੀ ਨਹੀਂ ਹੁੰਦੀ ਵੀ ਇਹਦੇ ਜੀਵਨ ਵਿੱਚੋਂ ਕੋਈ ਚੰਗੀ ਗੱਲ ਨਿਕਲੇਗੀ, ਕੋਈ ਚੰਗੀ ਆਦਤ ਹੋਏਗੀ ਇਹਦੇ ਅੰਦਰ। ਕਿਉਂਕਿ ਜਿਸ ਤਰ੍ਹਾਂ ਦਾ ਇਹਦਾ ਬਾਹਰੋਂ ਵਿਹਾਰ ਲੱਗਦਾ, ਕੋਈ ਚੰਗੀ ਆਦਤ ਦੀ ਗੁੰਜਾਇਸ਼ ਨਹੀਂ ਲੱਗਦੀ ਵੀ ਇਹਦੇ ਜੀਵਨ 'ਚ ਹੋਵੇ। ਤੋ ਜਿੱਥੇ ਜਾਤ ਹੈ ਉੱਥੇ ਚੰਗਾ ਕਿਰਦਾਰ ਪਨਪ ਸਕਦਾ ਹੈ, ਚੰਗੀ ਆਦਤ ਪਨਪ ਸਕਦੀ ਹੈ, ਕੋਈ ਚੰਗੀ ਗੱਲ ਉਹਦੇ ਜੀਵਨ ਵਿੱਚੋਂ ਪੈਦਾ ਹੋ ਸਕਦੀ, ਚੰਗਾ ਕਿਰਦਾਰ ਉੱਥੇ ਘੜਿਆ ਜਾ ਸਕਦਾ ਹੈ। ਤੋ ਦੁਕਾਨ ਜੈਸੀ ਕਿਰਦਾਰ ਵੈਸਾ ਹੀ ਹੈ। ਤੋ ਸਤਿਗੁਰੂ ਕਹਿੰਦੇ ਨੇ ਜਿਸ ਤਰ੍ਹਾਂ ਸਿੱਕੇ ਘੜਨ ਵਾਸਤੇ ਇੱਕ ਦੁਕਾਨ ਦੀ ਲੋੜ ਹੈ, ਟਕਸਾਲ ਦੀ ਲੋੜ ਹੈ, ਠੀਕ ਇਸੇ ਢੰਗ ਨਾਲ ਜਤ ਰੂਪੀ ਟਕਸਾਲ ਹੋਵੇ। ਤੋ ਗੁਰੂ ਦਾਤੇ ਨੇ ਦੂਸਰੀ ਗੱਲ ਆਖੀ ਹੈ, ਜਤ ਪਹਾਰਾ ਧੀਰਜ ਸੁਨਿਆਰ। ਉਸ ਵਿੱਚ ਸੁਨਿਆਰ ਕੌਣ ਹੋਵੇ, ਕਾਰੀਗਰ ਕੌਣ ਹੋਵੇ, ਧੀਰਜ। ਤੁਸੀਂ ਗੌਰ ਕਰਨਾ, ਸਿੱਕਾ ਘੜਨ ਵਾਲਾ ਕਾਹਲੀ ਕਰ ਜਾਏ, ਹੋ ਸਕਦਾ ਸਿੱਕੇ ਦੀ ਬਣਾਵਟ ਸਹੀ ਨਾ ਬਣੇ, ਉਹਦੇ ਤੇ ਮੋਹਰ ਦਾ ਠੱਪਾ ਸਹੀ ਨਾ ਲੱਗੇ, ਕਰੰਸੀ ਸਹੀ ਪੈਦਾ ਨਾ ਉਹ ਕਰ ਸਕੇ, ਤੋ ਅਜਾਈ ਚਲੀ ਜਾਏਗੀ, ਉਹਨੂੰ ਲੋਕਾਂ 'ਚ ਨਹੀਂ ਲਿਜਾਇਆ ਜਾ ਸਕਦਾ, ਉਹ ਪ੍ਰਮਾਣਿਕ ਨਹੀਂ ਹੋਵੇਗੀ। ਇਸ ਵਾਸਤੇ ਉਹਨੂੰ ਧੀਰਜ ਦਾ ਪੱਲਾ ਫੜਨਾ ਪੈਂਦਾ ਹੈ, ਬੜੇ ਆਰਾਮ ਨਾਲ, ਬੜੇ ਧੀਰਜ ਨਾਲ, ਸੁਚੇਤ ਹੋ ਕੇ, ਕਾਹਲ ਨਾ ਕਰਕੇ, ਹੋਛਾਪਨ ਨਾ ਕਰਕੇ, ਬੜੇ ਆਰਾਮ ਤੇ ਬੜੇ ਸਹਿਜ ਨਾਲ ਇੱਕ ਅਸੂਲ ਦੀ ਪਾਲਣਾ ਕਰਦਿਆਂ ਹੋਇਆਂ ਉਹ ਸਿੱਕੇ ਨੂੰ ਘੜਦਾ ਹੈ। ਗਹਿਣੇ ਨੂੰ ਵੀ ਘੜਦਾ, ਕਾਰੀਗਰ ਨੂੰ ਤੁਸੀਂ ਦੇਖੋ ਕਾਹਲ ਵਿੱਚ ਨਹੀਂ ਹੁੰਦਾ। ਗਹਿਣੇ ਦੀ ਕਢਾਈ ਕਰਦਿਆਂ ਹੋਇਆਂ ਨਾ ਕਾਰੀਗਰ ਬੜੇ ਠਰਮੇ ਦੇ ਨਾਲ, ਪੂਰੇ ਧਿਆਨ ਦੇ ਨਾਲ, ਸੁਚੇਤ ਹੋ ਕੇ ਉਹਦੇ ਤੇ ਕਢਾਈ ਕਰ। ਤੁਸੀਂ ਕਿਸੇ ਚਿੱਤਰਕਾਰ ਨੂੰ ਦੇਖਦੇ ਹੋ, ਉਹ ਰੰਗ ਭਰ ਰਿਹਾ ਹੈ, ਤੁਸੀਂ ਕਿਸੇ ਕਾਰੀਗਰ ਨੂੰ ਕਢਾਈ ਕਰਦਿਆਂ ਵੇਖਦੇ ਹੋ, ਕਾਹਲ ਤੇ ਹੋਛੇਪਨ ਨਾਲ ਨਹੀਂ, ਸੰਜੀਦਗੀ ਨਾਲ ਕੰਮ। ਤੋ ਗੁਰੂ ਨੇ ਆਖਿਆ ਜਿਹੜੇ ਅਸੀਂ ਗੁਣ ਜੀਵਨ ਵਿੱਚ ਲਿਆਉਣੇ ਨਾ, ਹੋਛੇਪਨ ਨਾਲ, ਕਾਹਲ ਨਾਲ, ਧੱਕੇ ਨਾਲ ਨਹੀਂ ਆਉਣਗੇ, ਧੀਰਜ ਨਾਲ ਆਉਣਗੇ, ਟਿਕਾ ਨਾਲ ਆਉਣਗੇ। ਤੋ ਸਤਿਗੁਰੂ ਨੇ ਆਖਿਆ ਕਾਰੀਗਰ ਕੌਣ ਹੋਵੇ ਸਾਡੇ ਅੰਦਰ, ਧੀਰਜ ਨੂੰ ਕਾਰੀਗਰ ਬਣਾ ਲਓ, ਧੀਰਜ ਦਾ ਗੁਣ ਜੀਵਨ ਵਿੱਚ ਲੈ ਆਓ, ਤਾਂ ਹੀ ਜੀਵਨ ਨੂੰ ਸੰਜੀਦਗੀ ਨਾਲ ਘੜਿਆ ਜਾ ਸਕਦਾ ਹੈ। ਤੀਸਰੀ ਗੱਲ ਆਖੀ ਏ ਅਹਿਰਣ ਮਤ। ਹੁਣ ਕਾਰੀਗਰ ਦੇ ਸਾਹਮਣੇ ਇੱਕ ਲੋਹੇ ਦਾ ਟੁਕੜਾ ਢੇਲਾ ਪਿਆ ਹੋਇਆ, ਉਹਨੂੰ ਅਹਿਰਣ ਕਹਿੰਦੇ ਨੇ, ਜਿਹਦੇ ਉੱਤੇ ਰੱਖ ਕੇ ਲੋਹੇ ਦੇ ਔਜ਼ਾਰ ਬਣਾਉਣ ਵਾਲਾ ਵੀ ਹਥੌੜੇ ਦੀਆਂ ਸੱਟਾਂ ਮਾਰ ਉਹਦੇ ਉੱਤੇ ਉਹਦੀ ਸ਼ਕਲ ਬਣਾਉਂਦਾ ਲੋਹੇ ਦੀ। ਸੋਨੇ ਦਾ ਸਿੱਕਾ ਘੜਨ ਵਾਸਤੇ ਜਾਂ ਸੋਨੇ ਦਾ ਕੋਈ ਗਹਿਣਾ ਬਣਾਉਣ ਵਾਸਤੇ ਵੀ ਨਿੱਕੇ ਜੀ ਉਸ ਅਹਿਰਣ ਦੇ ਉੱਤੇ ਹਥੌੜੀਆਂ ਦੀਆਂ ਸੱਟਾਂ ਮਾਰ ਕੇ ਉਹਨੂੰ ਸਿੱਧਾ ਕੀਤਾ, ਆਪਣੇ ਢੰਗ ਨਾਲ ਉਹਨੂੰ ਮੋੜਿਆ ਜਾਂਦਾ। ਗੁਰੂ ਨੇ ਆਖਿਆ ਸਾਡੀ ਜਿਹੜੀ ਮੱਤ ਹੈ ਉਹ ਅਹਿਰਣ ਹੋਵੇ, ਕਿਉਂਕਿ ਅਹਿਰਣ ਉੱਤੇ ਸੱਟ ਵੱਜਣੀ ਹੈ। ਤੋ ਸੱਟ ਕਾਦੀ ਵੱਜੇਗੀ? ਵੇਦ ਹਥਿਆਰ। ਵੇਦ ਦਾ ਅਰਥ ਹੈ ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼। ਹਥਿਆਰ ਦਾ ਅਰਥ ਹੈ ਹਥੌੜਾ, ਹੱਥ ਦੇ ਵਿੱਚ ਫੜ ਕੇ ਚਲਾਇਆ ਜਾਣ ਵਾਲਾ ਔਜ਼ਾਰ, ਹਥੌੜਾ। ਸਤਿਗੁਰੂ ਆਖਦੇ ਨੇ ਗਿਆਨ ਦਾ ਹਥੌੜਾ ਹੋਵੇ ਤੇ ਮਤ ਰੂਪੀ ਅਹਿਰਣ ਹੋਵੇ। ਗਿਆਨ ਦੇ ਹਥੌੜੇ ਦੀ ਸੱਟ ਜਿਹੜੀ ਹੈ ਉਹ ਧੀਰਜ ਨਾਲ ਵੱਜੇ ਤੇ ਵੱਜੇ ਮਤ ਦੇ ਉੱਤੇ, ਤੇ ਜਤ ਦੀ ਦੁਕਾਨ ਹੋਵੇ। ਹੁਣ ਗੌਰ ਕਰਨਾ ਕਿੱਡੀ ਸਵਾਦਲੀ ਗੱਲ ਸਤਿਗੁਰੂ ਜੀ ਕਹਿ ਰਹੇ ਨੇ। ਜਤ ਦੀ ਦੁਕਾਨ ਦੇ ਵਿੱਚ, ਟਕਸਾਲ ਦੇ ਵਿੱਚ ਧੀਰਜ ਗਿਆਨ ਦਾ ਹਥੌੜਾ ਚਲਾ ਰਿਹਾ ਹੈ ਤੇ ਸੱਟ ਮਤ ਉੱਤੇ ਵੱਜ ਰਹੀ ਹੈ। ਕਿੰਨੀ ਖੂਬਸੂਰਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿਚਾਰ ਦ੍ਰਿੜ ਕਰਵਾ ਦਿੱਤੀ। ਗਿਆਨ ਵੀ ਹੋਛੇਪਨ, ਕਾਲ, ਕੁੜੱਤਣ ਨਾਲ ਨਹੀਂ, ਧੀਰਜ ਨਾਲ ਹੀ ਸੱਟ ਮਾਰੇ ਜੀਵਨ ਬਦਲਿਆ ਜਾ ਸਕਦਾ ਹੈ। ਗੁਰੂ ਨੇ ਜ਼ਿਕਰ ਕੀਤਾ ਭਉ ਖਲਾ। ਭਉ ਦਾ ਅਰਥ ਹੈ ਰੱਬੀ ਅਦਬ, ਰੱਬ ਦਾ ਭੈ, ਰੱਬ ਦਾ ਡਰ, ਰੱਬ ਦਾ ਅਦਬ ਆਪਣੇ ਮਨ ਵਿੱਚ ਰੱਖਣਾ। ਉਹ ਅਦਬ ਜਿਹੜਾ ਉਹ ਖਲਾ, ਧੌਂਕਣੀ ਹੈ, ਜਿਹੜੀ ਭੱਠੀ ਦੇ ਵਿੱਚ ਫੂਕ ਮਾਰਨ ਵਾਸਤੇ, ਹਵਾ ਦੇਣ ਵਾਸਤੇ, ਤਾਂ ਕਿ ਅੱਗ ਹੋਰ ਤੇਜ਼ ਬਲੇ। ਸਤਿਗੁਰੂ ਆਖਦੇ ਨੇ ਰੱਬੀ ਅਦਬ ਨੂੰ ਖਲਾ ਬਣਾਉਣਾ ਪਏਗਾ। ਅਗਨ ਤਪ ਤਾਓ, ਤੇ ਅੱਗ ਕਾਦੀ ਬਲੇਗੀ ਉਸ ਭੱਠੀ ਦੇ ਵਿੱਚ ਜਿਹਦੇ ਉੱਤੇ ਕੁਠਾਲੀ ਰੱਖ ਕੇ ਸੋਨੇ ਨੂੰ ਢਾਲਿਆ ਜਾਣਾ ਹੈ, ਮੈਟਰ ਨੂੰ ਢਾਲਿਆ ਜਾਣਾ। ਉਹ ਤਪ ਤਾਓ ਦਾ ਅਰਥ ਹੈ ਕਰੜੀ ਘਾਲਣਾ, ਮਸ਼ੱਕਤ ਵਾਲਾ, ਹਿੰਮਤੀ ਜੀਵਨ ਜਿਹੜਾ ਹੈ। ਸਤਿਗੁਰੂ ਕਹਿੰਦੇ ਨੇ ਇਹਦੀ ਅੱਗ ਬਲ ਰਹੀ ਹੋਵੇ ਤੇ ਰੱਬੀ ਅਦਬ ਦੀ ਉਹਨੂੰ ਹਵਾ ਦਿੱਤੀ ਜਾ ਰਹੀ ਹੋ। ਭਾਂਡਾ ਭਾਓ, ਤੇ ਜਿਸ ਵਿੱਚ ਉਸ ਮੈਟਰ ਨੂੰ ਪਾਇਆ ਜਾਣਾ ਹੈ, ਢਾਲ ਕੇ ਜਿਸ ਭਾਂਡੇ ਦੇ ਵਿੱਚ ਉਸ ਨੂੰ ਪਾਇਆ ਜਾਣਾ ਹੈ ਸੋਨੇ ਨੂੰ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਪ੍ਰੇਮ ਦਾ ਭਾਂਡਾ ਹੋਵੇ। ਅੰਮ੍ਰਿਤ ਤਿਤ ਢਾਲ, ਤੇ ਢਾਲ ਕੇ ਉਹਦੇ ਵਿੱਚ ਕੀ ਪਾਇਆ ਜਾਏਗਾ? ਤਿਤ, ਉਸ ਪ੍ਰੇਮ ਦੇ ਭਾਂਡੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਢਾਲ ਕੇ ਪਾਇਆ ਜਾਏ। ਘੜੀਐ ਸ਼ਬਦ ਸੱਚੀ ਟਕਸਾਲ, ਐਸੀ ਸੱਚ ਰੂਪੀ ਟਕਸਾਲ ਦੇ ਵਿੱਚ ਫਿਰ ਸੱਚਾ ਸ਼ਬਦ ਘੜਿਆ ਜਾਏਗਾ। ਇਸ ਦਾ ਜ਼ਿਕਰ ਕਰਦੇ ਹਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਔਰ ਹੋਰ ਵਿਦਵਾਨਾਂ ਨੇ ਬੜੀ ਪਿਆਰੀ ਗੱਲ ਲਿਖੀ ਹੈ। ਭਾਵੇਂ ਸ਼ਬਦ ਦੇ ਅਰਥ ਕੁਝ ਵਿਦਵਾਨਾਂ ਨੇ ਮਨ ਕੀਤੇ ਨੇ, ਸ਼ਬਦ ਦੇ ਅਰਥ ਕੁਝ ਵਿਦਵਾਨਾਂ ਨੇ ਕਿਰਦਾਰ ਕੀਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਪਾਵਨ ਪੰਕਤੀ ਦਾ ਪ੍ਰੋਫੈਸਰ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਹੋਇਆਂ ਕਿਹਾ, ਜਿਸ ਅਵਸਥਾ ਵਿੱਚ ਜਾ ਕੇ ਗੁਰੂ ਨੇ ਸ਼ਬਦ ਉਚਾਰਨ ਕੀਤਾ ਹੈ
ਸਿੱਖ ਵੀ ਉਸ ਅਵਸਥਾ ਦਾ ਆਨੰਦ ਮਾਣਦਾ ਹੈ, ਥਾਹ ਪਾ ਲੈਂਦਾ, ਉਸ ਨੂੰ ਜਾਣ ਲੈਂਦਾ ਹੈ, ਉਸ ਅਵਸਥਾ 'ਚ ਜਾ ਕੇ ਗੁਰੂ ਦੇ ਸ਼ਬਦ ਦਾ ਰਸ ਲੈਂਦਾ ਹੈ। ਕੁਝ ਐਸੇ ਭਾਵ ਉਹਨਾਂ ਨੇ ਬਿਆਨ ਕੀਤੇ ਨੇ, ਭਾਵ ਜਿਹੜਾ ਜੀਵਨ ਗੁਰੂ ਆਪ ਜੀ ਰਿਹਾ ਹੈ, ਅਗਰ ਅਸੀਂ ਐਸੇ ਗੁਣ ਜੀਵਨ ਵਿੱਚ ਵਸਾ ਲੈਂਦੇ ਹਾਂ, ਵੈਸੇ ਹੀ ਜੀਵਨ ਦੀ ਸਾਨੂੰ ਕਿਰਦਾਰ ਦੀ ਆਤਮਿਕ ਉਚਾਈ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਵ ਇਸ ਤਰ੍ਹਾਂ ਸੱਚ ਰੂਪੀ ਟਕਸਾਲ ਦੇ ਅੰਦਰ ਸਾਡਾ ਕਿਰਦਾਰ, ਸਾਡਾ ਜੀਵਨ ਘੜਿਆ ਜਾਂਦਾ ਹੈ। ਔਰ ਅਖੀਰਲੀਆਂ ਪੰਕਤੀਆਂ ਵਿੱਚ ਆਖਿਆ, ਜਿਨ ਕਉ ਨਦਰ ਕਰਮ, ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਦੀ ਨਦਰ ਹੈ, ਬਖਸ਼ਿਸ਼ ਹੈ, ਤਿੰਨ ਕਾਰ, ਉਹ ਇਹੋ ਜੀ ਕਾਰ ਕਰਦੇ ਨੇ। ਇਸ ਤਰ੍ਹਾਂ ਆਪਣੇ ਜੀਵਨ ਨੂੰ ਘੜਨ ਵਾਸਤੇ ਐਸੀ ਸੱਚ ਰੂਪੀ ਟਕਸਾਲ ਦੇ ਵਿੱਚ ਆਪਣਾ ਜੀਵਨ ਜਿਹੜਾ ਹੈ ਉਹ ਘੜਨ ਦੇ ਆਹਰ ਦੇ ਵਿੱਚ ਲੱਗਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਨਾਨਕ ਨਦਰੀ ਨਦਰ ਨਿਹਾਲ, ਜਿਹੜੇ ਸੱਚ ਰੂਪੀ ਟਕਸਾਲ ਵਿੱਚ ਇਸ ਤਰ੍ਹਾਂ ਆਪਣੇ ਕਿਰਦਾਰ ਜੀਵਨ ਰਹਿਣੀ ਨੂੰ ਘੜ ਲੈਂਦੇ ਹਨ, ਜੀਵਨ ਨੂੰ ਘੜ ਲੈਂਦੇ ਹਨ, ਮਨ ਨੂੰ ਘੜ ਲੈਂਦੇ ਹਨ ਔਰ ਗੁਰੂ ਦੇ ਸ਼ਬਦ ਦੀ ਅਵਸਥਾ ਤੱਕ ਪਹੁੰਚ ਜਾਂਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਦੀ ਨਦਰ ਦੁਆਰਾ, ਮੇਰ ਦੁਆਰਾ ਨਿਹਾਲ ਹੋ ਜਾਂਦੇ ਨੇ। ਆਤਮਿਕ ਆਨੰਦ, ਆਤਮਿਕ ਸੰਤੁਸ਼ਟੀ, ਚੜ੍ਹਦੀ ਕਲਾ ਵਾਲਾ ਸਚਿਆਰਾ ਜੀਵਨ ਉਹ ਹਾਸਲ ਕਰ ਲੈਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ 38 ਨੰਬਰ ਜੋ ਕਿ ਆਖਰੀ ਪੌੜੀ ਹੈ, ਸਮਾਪਤੀ ਦੀ ਪੌੜੀ ਹੈ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ, ਇਹ ਸਾਰੀ ਪੌੜੀ ਦੇ ਅੰਦਰ ਗੁਰੂ ਦਾਤਾ ਜੀ ਨੇ ਕਿਰਪਾ ਕਰਦਿਆਂ ਇੱਕ ਪਹਾਰਾ, ਇੱਕ ਟਕਸਾਲ ਦਾ ਪ੍ਰਤੀਕ ਵਰਤ ਕੇ ਉਸ ਵਿੱਚ ਜਿਵੇਂ ਸਿੱਕੇ ਪ੍ਰਮਾਣੀਕ ਘੜੇ ਜਾਂਦੇ ਨੇ, ਇੱਕ ਪ੍ਰਮਾਣੀਕ ਸਚਿਆਰਾ ਕਿਰਦਾਰ ਘੜਨ ਦੀ ਸਾਨੂੰ ਸਤਿਗੁਰੂ ਜੀ ਨੇ ਜੁਗਤ ਦੱਸੀਏ, ਉਹ ਘੜਿਆ ਜਾਏਗਾ ਜੇ ਸਾਡੇ ਜੀਵਨ ਦੇ ਅੰਦਰ ਗੁਣ ਹਨ, ਜਤ, ਧੀਰਜ ਦਾ, ਸਤ ਦਾ, ਗਿਆਨ ਦਾ, ਰੱਬੀ ਅਦਬ ਦਾ ਔਰ ਕਰੜੀ ਘਾਲਣਾ ਔਰ ਵਾਹਿਗੁਰੂ ਦੇ ਪ੍ਰੇਮ ਦਾ। ਸਤਿਗੁਰੂ ਨੇ ਇਹ ਗੁਣ ਜ਼ਰੂਰੀ ਦਰਸਾਏ ਨੇ, ਤਾਂ ਹੀ ਅਸੀਂ ਵਾਹਿਗੁਰੂ ਦੀ ਨਜ਼ਰ ਨਾਲ ਨਿਹਾਲ, ਆਤਮਿਕ ਤ੍ਰਿਪਤੀ, ਸੰਤੁਸ਼ਟੀ ਤੇ ਆਤਮਿਕ ਆਨੰਦ ਵਾਲਾ ਜੀਵਨ ਜੀਉ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਪਾਤਸ਼ਾਹ ਪਾਸੋਂ ਖਿਮਾ ਮੰਗਦਿਆਂ ਹੋਇਆਂ ਫਤਿਹ ਅਰਜ਼ ਕਰਦਾ ਹਾਂ। ਅਦਬ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।